ਜਨ ਹੈ ਗੁਰ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪਨ ਅਗਨ ਕੱਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਅਕਿਆਥ ਸੰਸਾਰ ਮਹਿ। ਗੁਰੂ ਬਚਨ ਪਾਲਿਓ ਨਹੀਂ ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ ਲਾਜ ਤੋਹਿ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਨਾਵਾ। ਅਬ ਮਹਿ ਕਹਾ ਕਰੋ ਰਹੀ ਮਾਈ। ਸਗਲ ਜਨਮ ਵਿਖਿਅਨ ਸਿਉ ਖੋਇਆ। ਸਿਮਰਿਓ ਨਾਹਿਨ ਨਾਹਿ ਕਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਹਜੂਰ ਨੇ ਸੁਖ ਦੀਆਂ ਘੜੀਆਂ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਆਓ ਸਾਧ ਸੰਗਤ ਜੀ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਦੇ ਲੜੀਵਾਰ ਪ੍ਰਵਾਹ ਚੱਲ ਰਹੇ ਹਨ। ਅੱਜ ਮਾਰੂ ਰਾਗ ਦੇ ਵਿੱਚ ਹਜੂਰ ਜਿਸ ਤਰ੍ਹਾਂ ਦੂਸਰਾ ਸ਼ਬਦ ਉਚਾਰਨ ਕਰਦੇ ਹਨ। ਹਜੂਰ ਸਾਧ ਸੰਗਤ ਜੀ ਜਿਸ ਸਮੇਂ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਮਹਾਰਾਜ ਜੀ ਭਾਗ ਲਾਉਂਦੇ ਹਨ ਪਟਨਾ ਸਾਹਿਬ ਜੀਆਂ ਦੀ ਧਰਤੀ ਨੂੰ, ਹਜੂਰ ਉਸ ਧਰਤੀ ਦੇ ਬਾਬਤ ਬਚਨ ਉਚਾਰਦੇ ਹਨ। ਇਹ ਸਿੱਖੀ ਦੀ ਇਹ ਧੁਰਾ ਹੋਵੇਗਾ, ਇੱਥੇ ਸਿੱਖੀ ਵਰਸੋਏਗੀ। ਮਹਾਰਾਜ ਜੀਆਂ ਨੇ ਉਸ ਧਰਤੀ ਨੂੰ ਬੇਅੰਤ ਭਾਗ ਲਾਏ ਹਨ। ਉੱਥੇ ਹੀ ਸਾਧ ਸੰਗਤ ਜੀ ਪੰਥਵਾਲੀ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਅਵਤਾਰ ਹੋਇਆ। ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਹਜੂਰ ਭਾਗ ਲਾ ਰਹੇ ਹਨ। ਸਾਧੂ ਮਹਾਤਮਾ ਉਥੋਂ ਦੇ ਨਗਰ ਨਿਵਾਸੀ ਹਜੂਰ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਹਨ। ਜਿਸ ਤਰ੍ਹਾਂ ਬਚਨ ਆਉਂਦਾ ਹੈ ਗੁਰ ਗਿਆਨ ਅਰ ਧਿਆਨ। ਮਹਾਰਾਜ ਜੀਆਂ ਦੀ ਸੰਗਤ ਵਿੱਚ ਕੋਈ ਵੀ ਇੱਧਰ ਉੱਧਰ ਦੀ ਗੱਲ ਨਹੀਂ ਕਰਦਾ। ਹਜੂਰ ਦੇ ਮੁਖ ਤੋਂ ਬਚਨ ਨਿਕਲਦੇ ਹਨ ਮਾਨੋ ਕਿ ਅੰਮ੍ਰਿਤ ਦੇ ਝਰਨੇ ਚੱਲਦੇ ਹੋਣ। ਹਜੂਰ ਗਿਆਨ ਹੋ ਜਾਂਦਾ ਹੈ ਗੁਰਸਿੱਖਾਂ ਨੂੰ। ਆਪ ਜੀਆਂ ਦੇ ਬਚਨ ਸੁਣਦੇ ਗੁਰਸਿੱਖਾਂ ਦੇ ਧਿਆਨ ਲੱਗ ਜਾਂਦੇ ਹਨ।
ਤਤ ਸਿਉ ਤਤ ਮਿਲਾਵੈ। ਹਜੂਰ ਕੈਸਾ ਗਿਆਨ ਹੁੰਦਾ ਹੈ। ਇਹ ਜੋ ਤੱਤਾਂ ਦੇ ਵਿੱਚ ਤਤ ਰਲ ਜਾਂਦੇ ਹਨ, ਗੁਰਸਿੱਖ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ। ਹਜੂਰ ਦੀ ਸਤ ਸੰਗਤ ਵਿੱਚੋਂ ਸਾਧ ਸੰਗਤ ਜੀ ਨਿਰਗੁਣ ਸਰੂਪ ਦਾ ਸਾਧ ਸੰਗਤ ਜੀ ਧਿਆਨ, ਸਰਗੁਣ ਸਰੂਪ ਦਾ ਗਿਆਨ ਪ੍ਰਾਪਤ ਹੁੰਦਾ ਹੈ। ਹਜੂਰ ਦੀ ਸਤ ਸੰਗਤ ਵਿੱਚ ਸੱਚ ਸੱਚ ਜਾਣੀਐ। ਜਿਨ੍ਹਾਂ ਨੇ ਹਜੂਰ ਦੇ ਸ਼ਬਦ ਨੂੰ ਸੱਚ ਸੱਚ ਕਰਕੇ ਜਾਣਿਆ ਹੈ, ਮਣਾ ਤੂੰ ਭੁੱਲਿਆ ਫਿਰਦਾ ਹੈ। ਹਜੂਰ ਦੇ ਸ਼ਬਦ ਹੀ ਸੱਚ ਹੈ। ਹਜੂਰ ਜੋ ਫਰਮਾਉਂਦੇ ਹਨ ਉਹ ਸੱਚ ਹੈ। ਹਜੂਰ ਕਹਿੰਦੇ ਹਨ ਇੱਕ ਚਿੱਤਹਿ ਲਿਵ ਲਾਵੈ। ਉਹਨਾਂ ਦੀ ਫਿਰ ਇੱਕ ਚਿੱਤ ਇਕਾਗਰ ਬਿਰਤੀ ਹੋ ਕੇ ਹਜੂਰ ਦੇ ਸਰੂਪ ਵਿੱਚ ਲਿਵ ਲੱਗ ਜਾਂਦੀ ਹੈ। ਜਿਨ੍ਹਾਂ ਨੇ ਕਦੇ ਮਨ ਦੇ ਵਿੱਚ ਸ਼ੰਕਾ ਹੀ ਨਹੀਂ ਫੋਰਿਆ, ਮਣਾ ਇਹ ਕਿਵੇਂ ਹੋ ਸਕਦਾ ਹੈ, ਇਹ ਤਾਂ ਬੜਾ ਕਠਿਨ ਹੈ, ਐਸੇ ਕਦੇ ਫੁਰਨੇ ਹੀ ਨਹੀਂ ਆਉਂਦੇ। ਮਨ ਵਿੱਚ ਇਹ ਭਰੋਸਾ ਬਣ ਗਿਆ ਹੈ, ਮਣਾ ਜੇ ਹਜੂਰ ਅੱਗੇ ਅਰਦਾਸ ਕਰਾਂਗੇ, ਹਜੂਰ ਸਮਰੱਥ ਹਨ, ਅਵਸ਼ ਬਰ ਅਵਸ਼ ਮੇਰੀ ਅਰਦਾਸ ਸੁਣ ਕੇ ਹਜੂਰ ਕਿਰਪਾ ਕਰਨਗੇ। ਸੱਚ ਸੱਚ ਜਾਣੀਐ ਇੱਕ ਚਿੱਤਹਿ ਲਿਵ ਲਾਵੈ। ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਧਾਵੈ। ਉਹਨਾਂ ਗੁਰਸਿੱਖਾਂ ਨੇ ਸਾਧ ਸੰਗਤ ਜੀ ਜੋ ਕਾਮ ਹੈ ਸਭ ਦੀ ਬੇਪਤੀ ਕਰਦਾ ਹੈ, ਕ੍ਰੋਧ ਸਾਧ ਸੰਗਤ ਜੀ ਧਰਮ ਦਾ ਨਾਸ਼ ਕਰੀ ਆਉਂਦਾ ਹੈ। ਉਹਨਾਂ ਗੁਰਸਿੱਖਾਂ ਨੇ ਵਸ ਵਿੱਚ ਕਰ ਲਿਆ ਹੈ ਹਜੂਰ ਦੀ ਸ਼ਬਦ ਦੀ ਕਮਾਈ ਕਰਕੇ, ਹਜੂਰ ਦਾ ਗਿਆਨ ਪ੍ਰਾਪਤ ਕਰਕੇ, ਸ਼ਬਦ ਵਿੱਚ ਧਿਆਨ ਲਾ ਕੇ। ਕਿਉਂਕਿ ਪਵਨ ਉਡੰਤ ਨਾ ਧਾਵੈ। ਜਦੋਂ ਸਾਧ ਸੰਗਤ ਜੀ ਹਵਾ ਚੱਲਦੀ ਹੈ, ਕੱਖ ਵਗੈਰਾ ਉੱਡ ਜਾਂਦੇ ਹਨ ਹਵਾ ਦੇ ਨਾਲ, ਪਰ ਕੈਸੀ ਕਮਾਈ ਕੀਤੀ ਹੈ ਗੁਰਸਿੱਖਾਂ ਨੇ, ਪਵਨ ਉਡੰਤ ਨਾ ਧਾਵੈ। ਉਹਨਾਂ ਦੇ ਸੰਕਲਪ ਰੂਪੀ ਉਹਨਾਂ ਦੀ ਕੋਈ ਸਾਧ ਸੰਗਤ ਜੀ ਆਸਾ ਵਿੱਚ ਉਹਨਾਂ ਦਾ ਮਨ ਨਹੀਂ ਉੱਡਦਾ। ਕਿਉਂਕਿ ਸਾਧ ਸੰਗਤ ਜੀ ਜੋ ਵਿਸ਼ੇ ਹਨ, ਕਿਤੇ ਮੌਕਾ ਮਿਲੇ ਮਨ ਉੱਡ ਜਾਇਆ ਕਰਦਾ ਹੈ, ਮਨ ਉਹਨਾਂ ਵਿੱਚ ਖੁੱਭ ਜਾਂਦਾ ਹੈ। ਪਰ ਹਜੂਰ ਦੇ ਜੋ ਦਰਬਾਰ ਵਿੱਚ ਬੈਠਦੇ ਹਨ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਜੋ ਗੁਰਸਿੱਖ ਬੈਠਦੇ ਹਨ, ਉਹਨਾਂ ਦਾ ਮਨ ਹਜੂਰ ਦੇ ਦਰਸ਼ਨ ਕਰਦਿਆਂ ਹੀ ਇਕਾਗਰ ਚਿੱਤ ਹੋ ਜਾਂਦਾ ਹੈ। ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ। ਉਹ ਸਦਾ ਹੀ ਨਿਰੰਕਾਰ ਜੋ ਅਕਾਲ ਪੁਰਖ ਵਾਹਿਗੁਰੂ ਉਸ ਦੇ ਦੇਸ਼ ਵਿੱਚ ਵਸਦੇ ਹਨ। ਸਾਧ ਸੰਗਤ ਜੀ ਜੋ ਇਹ ਸਤ ਸੰਗਤ ਹਜੂਰ ਨੇ ਸਾਡੇ ਭਾਗਾਂ ਵਿੱਚ ਪਾਈ ਹੈ, ਇਹੀ ਨਿਰੰਕਾਰ ਦਾ ਦੇਸ਼ ਹੈ। ਇਸੇ ਤਰ੍ਹਾਂ ਜਦੋਂ ਬਾਹਰ ਵੀ ਗੁਰਸਿੱਖ ਵਿਚਰਦੇ ਹਨ, ਹਜੂਰ ਨੂੰ ਸਦਾ ਹੀ ਆਪਣੇ ਨਾਲ ਸਮਝਦੇ ਹਨ, ਉਹ ਸਦਾ ਹੀ ਨਿਰੰਕਾਰ ਦੇ ਦੇਸ਼ ਵਿੱਚ ਵਸਦੇ ਹਨ। ਨਿਰੰਕਾਰ ਕੈ ਵਸੈ ਦੇਸ਼ ਹੁਕਮ ਬੁਝ ਵਿਚਾਰ ਪਾਵੈ। ਇਹ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਬੁੱਝ ਕੇ ਵਿਚਾਰ, ਸ੍ਰੇਸ਼ਟ ਵਿਚਾਰ ਨੂੰ ਪਾਉਣਾ ਕੀਤਾ ਹੈ। ਮਣਾ ਗੁਰੂ ਤੋਂ ਬਿਨਾ ਘੋਰ ਅੰਧਾਰ ਹੈ, ਸੰਸਾਰ ਤਪ ਰਿਹਾ ਹੈ, ਸਭ ਪਾਸੇ ਜੇ ਦੇਖੀਏ ਦੁੱਖ ਹੀ ਹਨ। ਗੁਰੂ ਬਿਨ ਸਮਝ ਨਾ ਆਵੈ। ਗੁਰੂ ਤੋਂ ਬਿਨਾ ਮਣਾ ਸਮਝ ਨਹੀਂ ਆਉਣੀ। ਉਹਨਾਂ ਨੇ ਇਸ ਸ੍ਰੇਸ਼ਟ ਵਿਚਾਰ ਨੂੰ ਬੁੱਝ ਲਿਆ ਹੈ। ਕਲ ਮਾਹੇ ਰੂਪ ਕਰਤਾ ਪੁਰਖ। ਕਿਹੜੀ ਵਿਚਾਰ ਨੂੰ ਬੁੱਝਿਆ ਹੈ? ਇਸ ਕਲਯੁਗ ਦੇ ਵਿੱਚ ਕਲ ਮਾਹੈ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛ ਕੀਓ। ਮਹਾਰਾਜ ਜੀ ਆਪ ਜੀਆਂ ਦੇ ਗੁਰਸਿੱਖ ਜਿਨ੍ਹਾਂ ਤੇ ਆਪ ਜੀਆਂ ਨੇ ਸੋ ਜਾਣੈ ਜਿਨ ਕਿਛ ਕੀਓ, ਜਿਨ੍ਹਾਂ ਤੇ ਆਪ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਜਾਣ ਲਿਆ ਹੈ ਕਿ ਆਪ ਜੀ ਕਲਯੁਗ ਦੇ ਵਿੱਚ ਉਸ ਕਰਤਾ ਪੁਰਖ ਵਾਹਿਗੁਰੂ ਦਾ ਰੂਪ ਹੋ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋਤ ਰੂਪ ਹਰਿ ਆਪ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਕਲਯੁਗ ਵਿੱਚ ਹਜੂਰ ਪ੍ਰਗਟ ਹੋ ਕੇ ਸਾਡੇ ਜੀਆਂ ਦੇ ਕਲਿਆਣ ਵਾਸਤੇ ਕਲਯੁਗ ਨਰ ਤਾਰਨ ਲਖ ਇਹ ਕਾਰਨ ਤਨ ਕੋ ਧਾਰਨ ਕੀਨ ਪ੍ਰਭੂ। ਮਹਾਰਾਜ ਜੀਆਂ ਨੇ ਤਨ ਨੂੰ ਧਾਰਨ ਕੀਤਾ ਹੈ। ਇਹ ਉਹਨਾਂ ਨੇ ਜਾਣਿਆ ਹੈ ਜਿਨ੍ਹਾਂ ਨੇ ਕੁਝ ਕਮਾਈ ਕੀਤੀ ਹੈ, ਜਿਨ੍ਹਾਂ ਨੇ ਕੁਝ, ਜਿਨ੍ਹਾਂ ਦਾ ਮਨ ਸ਼ਬਦ ਵਿੱਚ ਟਿਕਦਾ ਹੈ। ਤੇ ਹਜੂਰ ਸੋ ਜਾਣੈ ਜਿਨ ਕਿਛ ਕੀਓ, ਜਿਨ੍ਹਾਂ ਤੇ ਆਪ ਜੀਆਂ ਨੇ ਕਿਰਪਾ ਕੀਤੀ ਹੈ। ਗੁਰ ਮਿਲਿਓ ਸੋਈ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ। ਹਜੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਨੇ ਸਾਨੂੰ ਸੰਗਤ ਵਿੱਚ ਲਿਆ ਕੇ ਸਹਿਜ ਰੰਗ ਬਖਸ਼ਿਆ ਹੈ। ਹਜੂਰ ਦਰਸ਼ਨ ਦਿੱਤੇ ਹਨ। ਆਪ ਜੀਆਂ ਦੇ ਦਰਸ਼ਨ ਕਰਦਿਆਂ ਹੀ ਗੁਰਸਿੱਖਾਂ ਦੇ ਮਨ
ਸਹਿਜ ਵਿੱਚ ਟਿਕ ਜਾਂਦੇ ਹਨ। ਸੰਸਾਰ ਦੇ ਜੀਵ ਕਈ ਕਈ ਆਸਣ ਲਾਉਂਦੇ ਹਨ, ਮਨ ਫਿਰ ਵੀ ਨਹੀਂ ਟਿਕਦਾ, ਸਹਿਜ ਵਿੱਚ ਨਹੀਂ ਜਾਂਦਾ। ਪਰ ਹਜੂਰ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਬਿਸਮ ਹੋਏ ਜਾਏ। ਮਹਾਰਾਜ ਜੀ, ਆਪ ਜੀਆਂ ਦੇ ਕਿਹੜੇ ਕਿਹੜੇ ਗੁਣ ਕਹਿਣਾ ਕਰੀਏ। ਜਦੋਂ ਆਪ ਜੀਆਂ ਦੀ ਅੰਮ੍ਰਿਤ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ, ਹਜੂਰ ਵਿਸਮਾਦ ਛਾ ਜਾਂਦੀ ਹੈ। ਆਓ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਗੁਰਸਿੱਖ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਆਉਂਦੇ ਹਨ। ਜੋ ਸ੍ਰੇਸ਼ਟ ਚੀਜ਼ ਘਰ ਵਿੱਚ ਹੁੰਦੀ ਸੀ, ਕਹਿੰਦੇ ਹਨ ਮਣਾ, ਇਹ ਹਜੂਰ ਦੇ ਦਰਬਾਰ ਵਿੱਚ ਜਾਣੀ ਚਾਹੀਦੀ ਹੈ। ਗੁਰਸਿੱਖ ਹਜੂਰ ਦੇ ਦਰਸ਼ਨ ਕਰ ਕਰਕੇ ਨਿਹਾਲ ਹੁੰਦੇ, ਆਪਣੇ ਮਨ ਦੀਆਂ ਗੱਲਾਂ ਹਜੂਰ ਨਾਲ ਗੁਰਸਿੱਖ ਕਰਦੇ ਹਨ, ਹਜੂਰ ਉਹਨਾਂ ਨੂੰ ਨਿਹਾਲ ਕਰਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ, ਰਾਜਾ ਰਾਮ ਸਿੰਘ ਵਰਗੇ ਜਿਨ੍ਹਾਂ ਦਾ ਬਚਣ ਦਾ ਕੋਈ ਕਾਰਨ ਹੀ ਨਹੀਂ ਸੀ, ਜਿਸ ਤਰ੍ਹਾਂ ਨਰੰਗੇ ਨੇ ਅਸਾਮ ਕਾਮਰੂ ਦੇਸ਼ ਤੇ ਉਧਰ ਨੂੰ ਇਸ ਨੂੰ ਚੜ੍ਹਾਈ ਕਰਨ ਵਾਸਤੇ ਭੇਜ ਦਿੱਤਾ, ਜਿਸ ਤਰ੍ਹਾਂ ਸਾਧ ਸੰਗਤ ਜੀ ਇਸ ਨੂੰ ਫਸਾ ਕੇ ਨਰੰਗਾ ਚਾਹੁੰਦਾ ਸੀ ਜਾਂ ਤਾਂ ਉੱਥੇ ਜਾ ਕੇ ਇਹ ਮਰੇਗਾ ਹੀ, ਜੇ ਨਹੀਂ ਮਰਿਆ ਫਿਰ ਉਹ ਆਕੀ ਹੋਏ ਬੈਠਾ ਹੈ ਕਾਮਰੂ ਦੇਸ਼ ਦਾ ਰਾਜਾ, ਉਸ ਤੇ ਅਸੀਂ ਫਤਿਹ ਪਾ ਲਵਾਂਗੇ ਜੇ ਇਹ ਚੀਜ਼ ਜਿੱਤ ਗਿਆ। ਦੋਵੇਂ ਬੰਨੇ ਫਾਇਦੇ ਮੇਰੇ ਹੀ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਰਾਜਾ ਰਾਮ ਸਿੰਘ ਘਰ ਵਿੱਚ ਆ ਕੇ ਜਦੋਂ ਦੱਸਦਾ ਹੈ, ਕਿਉਂਕਿ ਰਾਜੇ ਰਾਮ ਸਿੰਘ ਦਾ ਪਿਤਾ ਵੀ ਉੱਥੇ ਸ਼ਹੀਦ ਹੋਇਆ ਸੀ, ਇਸੇ ਤਰ੍ਹਾਂ ਰਾਜੇ ਰਾਮ ਸਿੰਘ ਨੇ ਜਦੋਂ ਘਰ ਆ ਕੇ ਦੱਸਿਆ, ਘਰ ਦੇ ਵਿੱਚ ਸਭ ਸ਼ੋਕ ਦੀਆਂ ਲਹਿਰਾਂ 'ਚ ਚਲੇ ਜਾਂਦੇ ਹਨ। ਇਸ ਰਾਜੇ ਦੀ ਮਾਤਾ ਕਹਿੰਦੀ ਹੈ, ਪੁੱਤਰ, ਤੇਰਾ ਪਿਤਾ ਤੇਰੇ ਤੋਂ ਮਹਾਨ ਬਲੀ ਸੂਰਬੀਰ ਬਹਾਦਰ ਸੀ, ਉਹ ਨਹੀਂ ਉਸ ਤੇ ਫਤਿਹ ਪਾ ਸਕਿਆ ਉਸ ਦੇਸ਼ ਤੇ, ਤੂੰ ਕਿਵੇਂ ਪਾਵੇਂਗਾ? ਉੱਥੇ ਹੀ ਇਸ ਦੀ ਇੱਕ ਰਾਣੀ ਸੀ, ਉਹ ਦੱਸਦੀ ਹੈ ਕਿ ਜੇ ਹੁਣ ਤੁਹਾਨੂੰ ਕੋਈ ਆਸਰਾ ਦੇ ਸਕਦੇ ਹਨ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਹਜੂਰ ਦੇ ਪਿਤਾ ਸਤਿਗੁਰੂ ਧਰਮਵੀਰ ਸਤਿਗੁਰੂ ਬਾਬਤ ਇਸ ਰਾਣੀ ਨੇ ਸੁਣਿਆ ਸੀ। ਜਿਸ ਤਰ੍ਹਾਂ 52 ਰਾਜਿਆਂ ਨੂੰ ਕਿਲੇ ਵਿੱਚੋਂ ਹਜੂਰ ਨੇ ਸਾਧ ਸੰਗਤ ਜੀ ਰਿਹਾ ਕਰਾਇਆ ਸੀ, ਇਹ ਰਾਣੀ ਕਹਿੰਦੀ ਹੈ ਜੇ ਇਸ ਸਮੇਂ ਤੈਨੂੰ ਬਚਾ ਸਕਦੇ ਹਨ ਤਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਚਾ ਸਕਦੇ ਹਨ। ਰਾਜੇ ਨੇ ਪਤਾ ਲੱਗਦਾ ਹੈ ਕਿ ਉਹਨਾਂ ਦੀ ਗੱਦੀ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਨਾਵਾਂ ਸਰੂਪ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਜੇ ਹੋਏ ਹਨ ਤੇ ਹਜੂਰ ਮਣਾ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਹਨ। ਇਹ ਰਾਜਾ ਸਾਧ ਸੰਗਤ ਜੀ ਹਜੂਰ ਦੇ ਪਾਸ ਆ ਕੇ ਬੇਨਤੀ ਕਰਦਾ ਹੈ। ਹਜੂਰ ਇਸ ਰਾਜੇ ਦੀ ਇੱਛਾ ਜਾਣ ਕੇ ਇਸ ਦੇ ਨਾਲ ਅੱਗੇ ਨੂੰ ਜਿਸ ਤਰ੍ਹਾਂ ਚੱਲ ਪੈਂਦੇ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ ਅੱਗੇ ਫਿਰ ਹਜੂਰ ਰਾਜੇ ਦੀ ਭਾਵਨਾ ਜਾਣ ਕੇ, ਅਸਾਮ ਵਿੱਚ ਬਲਾਕੀ ਦਾਸ ਦੀ ਮਾਤਾ ਦੀ ਭਾਵਨਾ ਜਾਣ ਕੇ, ਜੋ ਹਰ ਰੋਜ਼ ਨਵਾਂ ਵਸਤਰ ਵਿਛਾਉਂਦੀ ਹੈ, ਇੱਕ ਦਿਨ ਹਜੂਰ ਆਉਣਗੇ। ਬਲਾਕੀ ਦਾਸ ਗੁਰੂ ਘਰ ਦਾ ਮਸੰਦ ਹੈ। ਬਲਾਕੀ ਦਾਸ ਕਹਿੰਦਾ ਹੈ, ਮਾਤਾ ਤੂੰ ਕੀ ਕਰਦੀ ਹੈ? ਹਜੂਰ ਇੱਥੇ ਪ੍ਰਦੇਸ਼ਾਂ ਵਿੱਚ ਕਿਵੇਂ ਆਉਣਗੇ? ਸਾਧ ਸੰਗਤ ਜੀ ਅੱਜ ਵਰਗੇ ਸਾਧਨ ਨਾ ਸੀ ਹੋਇਆ ਕਰਦੇ। ਹਜੂਰ ਨੇ ਜਿਸ ਸਮੇਂ ਬਲਾਕੀ ਦਾਸ ਦੀ ਮਾਤਾ ਨੂੰ ਜਾ ਕੇ ਨਿਹਾਲ ਕੀਤਾ, ਸਿੱਧਾ ਹੀ ਹਜੂਰ ਘਰ ਵਿੱਚ ਜਾ ਕੇ ਉਸ ਚਾਦਰ ਤੇ ਬੈਠ ਜਾਂਦੇ ਹਨ ਜਿਹੜੀ ਬਲਾਕੀ ਦਾਸ ਦੀ ਮਾਤਾ ਹਰ ਰੋਜ਼ ਨਵੀਂ ਚਿੱਟੀ ਚਾਦਰ ਵਿਛਾਉਂਦੀ ਹੈ। ਹਜੂਰ ਨੇ ਕਿਹਾ ਸੀ ਪ੍ਰੇਮ ਦੇ ਵਿਛਾਉਣੇ ਪੋਲੇ ਹੁੰਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਉਸ ਰਾਜੇ ਦੀ ਸੁਲ੍ਹਾ ਕਰਵਾਈ ਸੀ। ਪਿੱਛੇ ਹਜੂਰ ਬਚਨ ਕਹਿ ਗਏ ਸੀ ਪਟਨਾ ਸਾਹਿਬ ਜੀਆਂ ਦੀ ਸੰਗਤ ਨੂੰ, ਮਾਤਾ ਗੁਜਰ ਕੌਰ ਜੀਆਂ ਨੂੰ, ਘਰ ਦੇ ਵਿੱਚ ਪੁੱਤਰ ਦਾ ਅਵਤਾਰ ਹੋਵੇਗਾ, ਉਸ ਨੂੰ ਆਪਣਾ ਪੁੱਤਰ ਜਾਣ ਕੇ ਨਾ ਜਾਣਨਾ। ਆਪ ਕਾਲ ਪੁਰਖ ਵਾਹਿਗੁਰੂ ਆ ਰਹੇ ਹਨ, ਕਦੇ ਉਹਨਾਂ ਨੂੰ ਡਾਂਟਣਾ ਨਾ, ਐਸੇ ਮਹਾਰਾਜ ਜੀ ਬਚਨ ਕਹਿ ਕੇ ਗਏ ਸਨ। ਆਓ ਸਾਧ ਸੰਗਤ ਜੀ ਉੱਥੇ ਹੀ ਪਟਨਾ ਸਾਹਿਬ ਜੀਆਂ ਦੀਆਂ ਸੰਗਤਾਂ ਵਿੱਚ ਵਿਰਾਗ ਆਉਂਦਾ ਹੈ। ਮਹਾਰਾਜ ਜੀਆਂ ਦਾ ਦਰਬਾਰ ਵੀ ਉਸੇ ਦਿਨ ਵੀ ਸਜਦਾ ਹੈ। ਹਜੂਰ ਦੇ ਪਾਸ ਆ ਕੇ ਜਿਸ ਤਰ੍ਹਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਜੀ ਸਦੀਵੀ ਸੁੱਖ ਨਹੀਂ ਕਦੇ ਮਿਲਦਾ, ਹਜੂਰ ਥੋੜੇ ਸਮੇਂ ਲਈ ਸੁਖੀ ਹੁੰਦੇ ਹਾਂ ਪਰ ਮਹਾਰਾਜ ਜੀ ਫਿਰ ਦੁਖੀ ਹੋ ਜਾਂਦੇ ਹਾਂ, ਆਪ ਕਿਰਪਾ ਕਰੋ। ਹਜੂਰ ਨੇ ਜਿਸ ਤਰ੍ਹਾਂ ਕੱਲ ਕਿਰਪਾ ਕੀਤੀ ਸੀ, ਮਹਾਰਾਜ ਜੀ ਕਹਿੰਦੇ ਹਨ ਕਿ ਹਰ ਕੋ ਨਾਮ ਸਦਾ ਸੁਖਦਾਈ, ਕਿ ਹਰੀ ਦਾ ਨਾਮ ਗੁਰਸਿੱਖਾ ਸਦਾ ਸੁਖ ਦੇ ਦੇਣ ਵਾਲਾ ਹੈ। ਮਹਾਰਾਜ ਜੀਆਂ ਨੇ ਦੱਸਿਆ ਸੀ ਹਜੂਰ ਕਿਸੇ ਨੂੰ ਲਾਭ ਹੋਇਆ ਹੈ ਨਾਮ ਜਪ ਕੇ? ਹਜੂਰ ਨੇ ਦੱਸਿਆ ਸੀ ਅਜਾਮਲ ਪਾਪੀ ਤਰ ਗਿਆ ਹੈ, ਗਨਕਾ ਪਾਪਣ ਤਰ ਗਈ ਹੈ, ਦ੍ਰੋਪਦੀ ਤਰ ਗਈ ਹੈ। ਵਾਹਿਗੁਰੂ ਜੀਆਂ ਨੂੰ ਯਾਦ ਕਰਦੇ ਹੋਏ ਮਣਾ
ਤੂੰ ਕਿਉਂ ਨਹੀਂ ਤਰੇਂਗਾ। ਹਜੂਰ ਕਹਿੰਦੇ ਹਨ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਣ ਸਰਨਾਈ। ਮਹਾਰਾਜ ਜੀ ਐਡੇ ਵੱਡੇ ਵੱਡੇ ਪਾਪੀ ਤਾਰ ਦਿੱਤੇ ਹਨ, ਸਾਡੇ ਗਰੀਬਾਂ ਵਾਲੀ ਕਦੋਂ ਵਾਰੀ ਆਊਗੀ। ਹਜੂਰ ਨੇ ਅਰਦਾਸ ਕਰਨ ਦਾ ਵਿਧੀ ਦੱਸੀ ਸੀ। ਕਿਹਾ ਕਰ ਮਹਾਰਾਜ ਜੀ ਮੈਂ ਵੀ ਭਰੋਸਾ ਲੈ ਕੇ ਆਇਆ ਹਾਂ, ਕਿਉਂਕਿ ਸਾਧ ਸੰਗਤ ਜੀ ਸੁਖ ਨਾਹੀ ਬਹੁਤੈ ਧਨ ਖਾਟੈ। ਹਜੂਰ ਦੀ ਗੁਰਬਾਣੀ ਦੱਸਦੀ ਹੈ ਜੇ ਬੰਦਾ ਬਹੁਤਾ ਧਨ ਖੱਟ ਲਵੇ, ਭਾਵ ਸਾਰੇ ਸੰਸਾਰ ਦਾ ਹੀ ਇਹਦੇ ਪਾਸ ਪੈਸਾ ਧਨ ਦੌਲਤ ਆ ਜਾਣ, ਹਜੂਰ ਕਹਿੰਦੇ ਹਨ ਸੁਖ ਨਹੀਂ ਉਸ ਨੂੰ ਹੁੰਦਾ। ਸੁਖ ਨਾਹੀ ਪੇਖੈ ਨਿਰਤ ਨਰਾਟੈ। ਵਾਹਿਗੁਰੂ ਮਹਾਰਾਜ ਜੀਆਂ ਦੀ ਗੁਰਬਾਣੀ ਦੱਸਦੀ ਹੈ ਕਿ ਇਹ ਫਿਲਮਾਂ ਦੇਖਣ ਨਾਲ, ਭਾਵ ਜੋ ਇੰਟਰਟੇਨਮੈਂਟ ਦੇ ਬੰਦੇ ਨੇ ਸਾਧਨ ਮੰਨੇ ਹਨ, ਕਹਿੰਦਾ ਹੈ ਮੇਰਾ ਮਨ ਰਿਲੈਕਸ ਹੁੰਦਾ ਹੈ। ਹਜੂਰ ਦੀ ਗੁਰਬਾਣੀ ਦੱਸਦੀ ਹੈ ਕਦੇ ਇਸ ਨੂੰ ਇਹਦੇ ਵਿੱਚੋਂ ਸੁੱਖ ਨਹੀਂ ਮਿਲਦਾ। ਸੁੱਖ ਨਾਹੀ ਬਹੁ ਦੇਸ ਕਮਾਏ, ਭਾਵੇਂ ਸਾਰੇ ਦੇਸ਼ ਤੇ ਰਾਜਾ ਬਣ ਜਾਵੇ ਜਾਂ ਸਾਰੇ ਦੇਸ਼ ਘੁੰਮ ਆਵੇ, ਸਾਰੇ ਦੇਸ਼ਾਂ ਵਿੱਚ ਪੱਕਾ ਹੋ ਜਾਵੇ, ਹਜੂਰ ਕਹਿੰਦੇ ਹਨ ਇਸ ਮਨ ਨੂੰ ਫਿਰ ਵੀ ਸੁੱਖ ਨਹੀਂ ਮਿਲੇਗਾ। ਸਰਬ ਸੁਖਾ ਹਰ ਹਰ ਗੁਣ ਗਾਏ। ਹਜੂਰ ਨੇ ਕਿਰਪਾ ਕੀਤੀ ਹੈ ਹਰੀ ਦੇ ਗੁਣ ਗਾਉਣ ਵਾਸਤੇ, ਸਾਡੇ ਮਸਤਕ ਤੇ ਭਾਗ ਪਾਏ ਹਨ, ਸਤ ਸੰਗਤ ਬਖਸ਼ੀ ਹੈ। ਇਹ ਸਰਬ ਸੁੱਖਾਂ ਦੀ ਖਾਣ ਹੈ। ਮਹਾਰਾਜ ਜੀਆਂ ਦੀ ਦਰਬਾਰ ਵਿੱਚ ਆ ਜਾਣਾ, ਸਾਧ ਸੰਗਤ ਜੀ ਜਾਣੋ ਕਿ ਜਿਹ ਸਤਿਗੁਰ ਸੋ ਪ੍ਰਸੰਨ, ਸ਼ਬਦ ਲਗ ਭਵਜਲ ਤਾਰੇ। ਜਿੰਦੇ ਤੇ ਹਜੂਰ ਵਿਸ਼ੇਸ਼ ਕਰਕੇ ਪ੍ਰਸੰਨ ਹੁੰਦੇ ਹਨ, ਉਹਨੂੰ ਫਿਰ ਹਜੂਰ ਸਤ ਸੰਗਤ ਨਾਲ ਜੋੜ ਦਿੰਦੇ ਹਨ। ਹਜੂਰ ਉਹਦਾ ਮਨ ਨਾਮ ਵਿੱਚ ਲਾ ਦਿੰਦੇ ਹਨ। ਹਜੂਰ ਉਹਦੇ ਤੇ ਕਿਰਪਾ ਕਰਦੇ ਹਨ। ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਹੀ ਸੁਖ ਮਹਾਰਾਜ ਜੀ ਹਰੀ ਦਾ ਨਾਮ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਹਨ। ਸਾਧ ਸੰਗਤ ਪਾਈਐ ਵਡ ਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਮਹਾਰਾਜ ਜੀ ਕਹਿੰਦੇ ਹਨ ਇਹ ਸਾਧ ਸੰਗਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਗੁਰ ਸਿੱਖੋ ਹਰੀ ਦਾ ਨਾਮ ਮੁਖ ਤੋਂ ਉਚਾਰੋ। ਆਓ ਸਾਧ ਸੰਗਤ ਜੀ ਅੱਗੇ ਜਿਸ ਤਰ੍ਹਾਂ ਜਿਸ ਸਮੇਂ ਬੰਦੇ ਨੂੰ ਪਤਾ ਲੱਗਦਾ ਹੈ ਕਿ ਉਮਰ ਤਾਂ ਲੰਘ ਗਈ ਹੈ, ਫਿਰ ਬੇਬਲ ਹੋਇਆ ਮਨ ਜਿਸ ਤਰ੍ਹਾਂ ਹਜੂਰ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਜਗਿਆਸੂ ਸਾਧ ਸੰਗਤ ਜੀ ਜਿਨ੍ਹਾਂ ਨੂੰ ਪਿਆਸ ਲੱਗ ਗਈ ਹੈ, ਤਾਂਘ ਹੈ ਹੁਣ ਮਹਾਰਾਜ ਜੀ ਉਮਰ ਤੋਂ ਮੈਨੂੰ ਪਤਾ ਲੱਗਾ ਹੈ ਕਿਸੇ ਨੇ ਵੀ ਸਾਥ ਨਹੀਂ ਜਾਣਾ। ਹਜੂਰ ਬਹੁਤ ਕਮਾਈ ਕੀਤੀ ਹੈ। ਸਭ ਮਹਾਰਾਜ ਜੀ ਜਦੋਂ ਅੱਖਾਂ ਦੇ ਅੱਗੇ ਸਭ ਇਹ ਪਰਦਾ ਖੁੱਲ੍ਹਦਾ ਹੈ, ਪਤਾ ਲੱਗਦਾ ਹੈ ਹਜੂਰ ਦੇ ਸ਼ਬਦ ਸੁਣਿਆ, ਮਣਾ ਕਿਸੇ ਨੇ ਸਾਥ ਨਹੀਂ ਉਹ ਦੇਣਾ। ਹਜੂਰ ਦੀ ਬਾਣੀ ਦੱਸਦੀ ਹੈ ਉਦੋਂ ਬੇਬਲ ਹੋਇਆ ਮਨ ਜਿਸ ਤਰ੍ਹਾਂ ਅਰਦਾਸਾਂ ਕਰਦਾ ਹੈ, ਹਜੂਰ ਸ਼ਬਦ ਉਚਾਰਦੇ ਹਨ। ਗੁਰਸਿੱਖ ਸੱਜ ਬੈਠੇ ਹਨ ਹਜੂਰ ਦੀ ਸੰਗਤ ਵਿੱਚ। ਆਪਾਂ ਵੀ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਹਜੂਰ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ, ਬਿਰਤੀ ਲੈ ਜਾਈਏ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ। ਹਜੂਰ ਮੁਖ ਤੋਂ ਸ਼ਬਦ ਉਚਾਰਦੇ ਹਨ। ਆਓ ਸਾਧ ਸੰਗਤ ਜੀ ਦੋਨੋਂ ਹੱਥ ਜੋੜ ਕੇ ਅਦਬ ਸਹਿਤ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਨਾਵਾ। ਮਾਰੂ ਰਾਗ ਦੇ ਵਿੱਚ ਮਹੱਲਾ ਨਾਵਾ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਗੁਰਸਿੱਖਾਂ ਨੇ ਜਿਸ ਸਮੇਂ ਅਰਦਾਸ ਕਰਦੇ ਹਨ, ਮਹਾਰਾਜ ਜੀ ਉਮਰ ਲੰਘ ਗਈ ਹੈ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਜਿਸ ਤਰ੍ਹਾਂ ਸਾਧ ਸੰਗਤ ਜੀ ਖੂਹ ਦਾ ਡੱਡੂ ਹੁੰਦਾ ਹੈ, ਜਿਸ ਸਮੇਂ ਸਾਧ ਸੰਗਤ ਜੀ ਕਹਿੰਦੇ ਹਨ ਇੱਕ ਹੰਸ ਆ ਕੇ ਉਸ ਖੂਹ ਦੇ ਕਿਨਾਰੇ ਤੇ ਬੈਠ ਜਾਂਦਾ ਹੈ। ਡੱਡੂ ਨੇ ਕਦੇ ਹੰਸ ਦੇਖਿਆ ਨਾ ਸੀ। ਜਿਸ ਸਮੇਂ ਹੰਸ ਸਾਧ ਸੰਗਤ ਜੀ ਜੋ ਰੱਬ ਦੇ ਪਿਆਰੇ ਹਨ, ਜਿਸ ਸਮੇਂ ਸਾਧ ਸੰਗਤ ਜੀ ਡੱਡੂ ਨੇ ਹੰਸ ਨੂੰ ਦੇਖਿਆ, ਕਹਿੰਦਾ ਹੈ ਤੂੰ ਕੌਣ ਹੈ? ਡੱਡੂ ਜੋ ਸਮੇਂ ਹੰਸ ਨੇ ਆਖਿਆ ਮੈਂ ਹੰਸ ਹਾਂ। ਡੱਡੂ ਪੁੱਛਦਾ ਹੈ ਤੂੰ ਰਹਿੰਦਾ ਕਿੱਥੇ ਹੈ? ਹੰਸ ਕਹਿੰਦਾ ਮੈਂ ਮਾਨ ਸਰੋਵਰ ਤੇ ਰਹਿੰਦਾ ਹਾਂ। ਡੱਡੂ ਪੁੱਛਦਾ ਤੂੰ ਖਾਨਾ ਕੀ ਹੈ? ਹੰਸ ਕਹਿੰਦਾ ਹੈ ਮੈਂ ਮੋਤੀ ਖਾਨਾ ਹਾਂ। ਫਿਰ ਉਸ ਸਮੇਂ ਡੱਡੂ ਕਹਿੰਦਾ ਹੈ ਤੇਰਾ ਦੇਸ਼ ਕਿੰਨਾ ਵੱਡਾ ਹੈ? ਡੱਡੂ ਖੂਹ ਦੇ ਇਸ ਬੰਨਿਓ ਇੱਕ ਜਿਸ ਤਰ੍ਹਾਂ ਟਪੂਸੀ ਦੀ ਛਲਾਂਗ ਮਾਰਦਾ ਹੈ, ਕਹਿੰਦਾ ਹੈ ਤੇਰਾ ਦੇਸ਼ ਇੰਨਾ ਵੱਡਾ ਹੈ? ਉਸ ਸਮੇਂ ਹੰਸ ਕਹਿੰਦਾ ਨਹੀਂ,
ਇਹਦੂ ਵੀ ਬੜਾ ਵੱਡਾ ਹੈ। ਡੱਡੂ ਫਿਰ ਇੱਕ ਛਲਾਂਗ ਜੀ ਮਾਰਦਾ ਹੈ। ਹੰਸ ਨੂੰ ਪੁੱਛਦਾ ਹੈ, ਇੰਨਾ ਵੱਡਾ ਹੈ ਤੇਰਾ ਦੇਸ਼? ਹੰਸ ਕਹਿੰਦਾ ਹੈ, ਨਹੀਂ। ਜਦੋਂ ਤੀਸਰੀ ਛਲਾਂਗ ਮਾਰਦਾ ਹੈ, ਡੱਡੂ ਖੂਹ ਦੀ ਪਰਲੀ ਸਾਈਡ ਜਾ ਵੱਜਦਾ ਹੈ। ਹੰਸ ਨੂੰ ਫਿਰ ਪੁੱਛਦਾ ਹੈ। ਹੰਸ ਕਹਿੰਦਾ ਹੈ, ਨਹੀਂ, ਮਾਨ ਸਰੋਵਰ ਤਾਂ ਬਹੁਤ ਵੱਡਾ ਹੈ ਇਸ ਤੋਂ ਵੀ। ਡੱਡੂ ਕਹਿੰਦਾ ਹੈ, ਜਾ ਪਰਾਂ, ਇਹਦੂ ਵੱਡੀ ਤਾਂ ਕੋਈ ਚੀਜ਼ ਹੁੰਦੀ ਨਹੀਂ, ਕਿਉਂਕਿ ਡੱਡੂ ਉਸ ਖੂਹ ਤੋਂ ਕਦੇ ਬਾਹਰ ਨਾ ਸੀ ਉਸਨੇ ਦੇਖਿਆ। ਇਸੇ ਤਰ੍ਹਾਂ ਸਾਧ ਸੰਗਤ ਜੀ, ਜੋ ਰੱਬ ਦੇ ਪਿਆਰੇ ਹਨ, ਜੋ ਨਾਮ ਜਪਣ ਵਿੱਚ ਲੱਗ ਜਾਂਦੇ ਹਨ, ਕਦੇ ਸਾਧ ਸੰਗਤ ਜੀ ਡੱਡੂਆਂ ਨੇ ਉਹਨਾਂ ਦਾ ਸਵਾਦ ਕਦੇ ਦੇਖਿਆ ਹੀ ਨਹੀਂ ਕਿ ਨਾਮ ਜਪਣ ਵਿੱਚ ਕੈਸਾ ਸਵਾਦ ਆਉਂਦਾ ਹੈ। ਉਹ ਜਿਸ ਸਮੇਂ ਜਿਸ ਤਰ੍ਹਾਂ ਹੰਸਾਂ ਦੀ ਨਿਆਈ ਸੰਤ ਮਰਾਲ ਕਰੈ ਕੰਤੂਹਲ, ਤਿੰਨ ਜਮ ਤਰਾਸ ਮਿਟਿਓ ਦੁੱਖ ਕਾਗਰ। ਹਜੂਰ ਦੀ ਗੁਰਬਾਣੀ ਜਿਸ ਤਰ੍ਹਾਂ ਦੱਸਦੀ ਹੈ, ਹਜੂਰ ਦੇ ਸੰਤ ਭਗਤ ਹਰੀ ਜਨ, ਜੋ ਮਹਾਰਾਜ ਜੀਆਂ ਦੇ ਜੋ ਮਾਨ ਸਰੋਵਰ ਕੀ ਹੈ ਸਾਧ ਸੰਗਤ ਜੀ, ਇਹ ਮਾਨ ਸਰੋਵਰ ਹਜੂਰ ਦੀ ਸਤ ਸੰਗਤ ਹੈ ਜਿੱਥੇ ਆਪਾਂ ਸੱਜ ਬੈਠੇ ਹਾਂ। ਇਥੋਂ ਕੀ ਖਾਂਦੇ ਹਨ? ਉਹ ਨਿੰਦਿਆ ਚੁਗਲੀ ਨਹੀਂ ਖਾਂਦੇ। ਡੱਡੂ ਸਾਧ ਸੰਗਤ ਜੀ ਜਿਸ ਤਰ੍ਹਾਂ ਜਾਲੇ ਆਦਿਕ ਖਾਂਦਾ ਹੈ, ਪਰ ਹੰਸ ਸਦਾ ਹੀ ਹੀਰਾ ਮੋਤੀ ਖਾਂਦੇ ਹਨ। ਉਹਨਾਂ ਦੀ ਉਹ ਖੁਰਾਕ ਹੈ, ਉਹ ਕਦੇ ਅਸਾਰ ਪਦਾਰਥ ਨਹੀਂ ਛਕਦੇ। ਇਸੇ ਤਰ੍ਹਾਂ ਹਜੂਰ ਦੇ ਪ੍ਰੇਮ ਵਾਲੇ ਗੁਰਸਿੱਖ ਕਦੇ ਐਸੀ ਜਗ੍ਹਾ ਤੇ ਹੀ ਨਹੀਂ ਜਾਂਦੇ, ਸਦਾ ਹਜੂਰ ਦੀ ਸਤ ਸੰਗਤ ਮਾਨ ਸਰੋਵਰ ਤੇ ਰਹਿੰਦੇ ਹਨ। ਡੱਡੂ ਦੀ ਨਿਆਈ, ਜਿਸ ਸਮੇਂ ਡੱਡੂ ਨੇ ਦੇਖਿਆ ਹੀ ਨਹੀਂ ਕਿ ਬਾਹਰੀ ਸੰਸਾਰ ਕਿੱਡਾ ਵੱਡਾ ਹੈ, ਜੋ ਨਾਮ ਜਪਣ ਲੱਗ ਜਾਂਦੇ ਹਨ ਸਾਧ ਸੰਗਤ ਜੀ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਹਜੂਰ ਦਾ ਸਿਮਰਨ ਕਰਨ ਨਾਲ ਐਸੀਆਂ ਬਖਸ਼ਿਸ਼ਾਂ ਹੁੰਦੀਆਂ ਹਨ, ਇੱਥੇ ਬੈਠੇ ਹੀ ਸਾਧ ਸੰਗਤ ਜੀ ਉਹਨਾਂ ਨੂੰ ਫੋਨ ਦੀ ਲੋੜ ਨਹੀਂ ਹੁੰਦੀ। ਉਹ ਤਾਂ ਸਾਰੇ ਵਿਸ਼ਵ ਦੀਆਂ ਖਬਰਾਂ ਰੱਖਦੇ ਹਨ। ਉਹਨਾਂ ਨੂੰ ਤਾਂ ਇਹ ਵੀ ਪਤਾ ਹੁੰਦਾ ਹੈ ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ 'ਚ ਕੀ ਚੱਲ ਰਿਹਾ ਹੈ। ਇਹ ਹਜੂਰ ਦੀ ਗੁਰਬਾਣੀ ਸਾਧ ਸੰਗਤ ਜੀ ਗਵਾਹੀ ਦਿੰਦੀ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹਿ ਸਮਾਏ। ਸਾਨੂੰ ਤਾਂ ਇਹੋ ਹੀ ਝੋਰਾ ਲੱਗਾ ਰਹਿੰਦਾ ਹੈ ਕਿ ਨਾਮ ਵਿੱਚ ਕਿਵੇਂ ਬਿਰਤੀ ਜੁੜੂਗੀ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਵਿਸ਼ਿਆਂ ਤੋਂ ਵੀ ਮਨ ਕਦੇ ਸਾਧ ਸੰਗਤ ਜੀ ਉਪਰਾਮ ਹੋ ਸਕਦਾ ਹੈ, ਕਿਉਂਕਿ ਮਨ ਅਸਮਰੱਥਾ ਜਤਾਉਂਦਾ ਹੈ। ਜਦੋਂ ਦੇਖਦਾ ਹੈ ਮਨਾ ਤੇਰੇ ਵੱਸ ਵਿੱਚ ਨਹੀਂ ਹੈ, ਤੂੰ ਕੱਲ ਹੀ ਸੋਚਿਆ ਸੀ ਮੈਂ ਆ ਮਾੜੇ ਕੰਮ ਨਹੀਂ ਕਰਾਂਗਾ, ਫਿਰ ਤੂੰ ਉੱਥੇ ਚਲੇ ਜਾਣਾ ਹੈ। ਇਹ ਸਾਧ ਸੰਗਤ ਜੀ ਜਦੋਂ ਆਪਣੀ ਮਨ ਆਪਣਾ ਜ਼ੋਰ ਦੇਖਦਾ ਹੈ, ਕਹਿੰਦਾ ਹੈ ਇਹ ਹੋ ਨਹੀਂ ਸਕਦਾ। ਪਰ ਹਜੂਰ ਦੀ ਗੁਰਬਾਣੀ ਕਹਿੰਦੀ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮਨ ਦੀ ਮੈਲ ਹਜੂਰ ਦਾ ਸਿਮਰਨ ਕਰਿਆ ਦੂਰ ਹੋ ਜਾਂਦੀ ਹੈ। ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ, ਅੰਮ੍ਰਿਤ ਨਾਮ ਹਿਰਦੇ ਵਿੱਚ ਆ ਵਸਦਾ ਹੈ। ਕਲ ਯੁਗ ਦੁਰਤ ਦੂਰ ਕਰਬੇ ਕੋ, ਦਰਸ਼ਨ ਗੁਰੂ ਸਗਲ ਸੁਖ ਸਾਗਰ। ਕਲ ਯੁਗ ਦੇ ਵਿੱਚ ਸਾਧ ਸੰਗਤ ਜੀ ਪਾਪਾਂ ਨੂੰ ਦੂਰ ਕਰਨ ਵਾਸਤੇ ਹਜੂਰ ਦੇ ਦਰਸ਼ਨ ਹੀ ਸਮਰੱਥ ਹਨ। ਹਜੂਰ ਦੇ ਪਾਸ ਜਦੋਂ ਬੇਬਲਤਾ ਦੇ ਸਹਿਤ ਜਗਿਆਸੂ ਅਰਦਾਸ ਕਰਦੇ ਹਨ, ਆਓ ਸਾਧ ਸੰਗਤ ਜੀ ਜਗਿਆਸੂ ਕੀ ਅਰਦਾਸ ਕਰਦੇ ਹਨ, ਸ਼ਰਵਣ ਕਰਨਾ ਕਰੀਏ। ਅਬ ਮਹਿ ਕਹਾਂ ਕਰੋ ਰੀ ਮਾਈ, ਮਾਈ ਸਰੂਪ ਸਾਧ ਸੰਗਤ ਜੀ ਗੁਰਦੇਵ ਮਾਤਾ ਗੁਰਦੇਵ ਪਿਤਾ, ਤੂ ਹੀ ਹੈ ਮਾਤ ਪਿਤਾ ਗੁਰ, ਤੂ ਹੀ ਹੈ ਪੁਖਨਹਾਰ ਗੁਸਈਐ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਤਾ ਸਰੂਪ ਹਨ। ਹਜੂਰ ਦੇ ਅਸੀਂ ਬੱਚੇ ਹਾਂ। ਹਜੂਰ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰੀਏ। ਅਬ ਮੈਂ ਕਹਾ ਕਰੋ ਰੀ ਮਾਈ, ਹਜੂਰ ਮੇਰਾ ਜਨਮ ਵਿਅਰਥ ਲੰਘ ਗਿਆ ਹੈ। ਹਜੂਰ ਕੁਝ ਸਮਝ ਨਹੀਂ ਆਉਂਦਾ। ਹੁਣ ਤਾਂ ਮਹਾਰਾਜ ਜੀ ਲੱਗਦਾ ਹੈ ਕਾਲ ਲਾਗੇ ਆ ਗਿਆ ਹੈ। ਹੁਣ ਮਹਾਰਾਜ ਜੀ ਕਿਹੜਾ ਯਤਨ ਕਰਨਾ ਕਰੀਏ, ਜਿਸ ਯਤਨ ਕਰਨ ਨਾਲ ਮਹਾਰਾਜ ਜੀ ਸਾਡੀ ਗਰੀਬਾਂ ਦੀ ਮੁਕਤੀ ਹੋ ਜਾਵੇ। ਹਜੂਰ ਕਿਹੜਾ ਯਤਨ ਕਰਨਾ ਕਰੀਏ ਮਨ ਵਿੱਚ ਸਦਾ ਵਾਸਤੇ ਸੁਖ ਹੋ ਆਵੇ। ਹਜੂਰ ਕਿਹੜਾ ਯਤਨ ਕਰਨਾ ਕਰੀਏ ਸੰਤੋਖ ਆ ਜਾਵੇ। ਹਜੂਰ ਕਿਹੜਾ ਯਤਨ ਕਰਨਾ ਕਰੀਏ ਮਹਾਰਾਜ ਜੀ ਸਾਡਾ ਵੀ ਕਦੇ ਮਨ ਆਪ ਜੀਆਂ ਦੀ ਬੰਦਗੀ ਵਿੱਚ ਟਿਕ ਜਾਵੇ। ਹਜੂਰ ਕਿਹੜਾ ਯਤਨ ਕਰਨਾ ਕਰੀਏ ਕਿ ਜੋ ਆਪ ਅੰਮ੍ਰਿਤ ਰਸ ਕਹਿੰਦੇ ਹੋ ਗੁਰਸਿੱਖਾਂ ਨੂੰ ਪ੍ਰਾਪਤ ਹੁੰਦਾ ਹੈ, ਹਜੂਰ ਕਦੇ ਸਾਨੂੰ ਵੀ ਪ੍ਰਾਪਤ ਹੋ ਸਕਦਾ ਹੈ। ਅਬ ਮੈਂ ਕਹਾ ਕਰੋ ਰੀ ਮਾਈ। ਮਾਤਾ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੁਹਾਡੇ ਬੱਚੇ ਹਾਂ। ਜੋ ਹਮ ਪੂਤ ਕਪੂਤ ਸਭੀ ਬਿਦ,
ਕੀ ਹੋਇਆ ਮਹਾਰਾਜ ਜੀ, ਸਾਰੀਆਂ ਵਿਧੀਆਂ ਕਰਕੇ ਖੋਟੇ ਲੱਛਣਾਂ ਵਾਲੇ ਹਾਂ, ਕੁਪੁੱਤਰ ਹਨ, ਪਰ ਮਹਾਰਾਜ ਜੀ ਕਦੇ ਮਾਪੇ ਕਮਾਪੇ ਨਹੀਂ ਹੁੰਦੇ। ਅਵਗਣ ਦੋਖ ਨਾ ਨੈਕ ਚਿਤਾਰੋ, ਬਾਹੇ ਗਹੇ ਕੀ ਲਾਜ ਕਰੋ ਮੁਝ, ਹੇ ਭਗਵੰਤ ਦਇਆ ਕਰ ਤਾਰੋ। ਹਜੂਰ ਦਇਆ ਕਰਕੇ ਸਾਨੂੰ ਵੀ ਦੱਸ ਦਵੋ ਮਹਾਰਾਜ ਜੀ, ਕਿਹੜਾ ਯਤਨ ਕਰਨਾ ਕਰੀਏ। ਸਗਲ ਜਨਮ ਵਿਖਿਆਨ ਸਿਉ ਖੋਇਆ। ਮਹਾਰਾਜ ਜੀ ਸਾਰਾ ਜਨਮ ਹੀ ਬਚਪਨ ਵਿੱਚ ਮਹਾਰਾਜ ਜੀ ਅਗਿਆਨ ਵਿੱਚ ਖੋ ਗਿਆ ਹੈ, ਜਵਾਨੀ ਵਿਸ਼ਿਆਂ ਵਿੱਚ ਖੋ ਗਈ ਹੈ, ਬੁਢਾਪਾ ਆ ਗਿਆ ਹੈ। ਹਜੂਰ ਬੁਢਾਪੇ ਨੇ ਜ਼ੋਰ ਪਾ ਲਿਆ ਹੈ, ਤਨ ਤੇ ਨੂੜ ਕੇ ਸੁੱਟ ਦਿੱਤਾ ਹੈ। ਹਜੂਰ ਸਾਰਾ ਜਨਮ ਹੀ ਮੇਰਾ ਵਿਖਿਆਂ ਵਿੱਚ ਲੰਘ ਗਿਆ ਹੈ। ਸਿਮਰੋ ਨਾਹੀ ਕਨਾਈ। ਮਹਾਰਾਜ ਜੀ ਕਦੇ ਵੀ ਕਨਾਈ ਕਿਸੇ, ਜਿਸ ਤਰ੍ਹਾਂ ਸਾਧ ਸੰਗਤ ਜੀ ਕ੍ਰਿਸ਼ਨ ਜੀ ਜੋ ਵਾਹਿਗੁਰੂ ਦਾ ਨਾਮ ਹੈ, ਇਸੇ ਤਰ੍ਹਾਂ ਕਨਾਈ ਤੋਂ ਭਾਵ ਥੋੜਾ ਮਾਤਰ ਵੀ। ਹਜੂਰ ਸਾਡੇ ਮਨ ਨੇ ਕਦੇ ਵੀ ਥੋੜਾ ਮਾਤਰ ਵੀ ਨਹੀਂ ਜਪ ਕੇ ਦੇਖਿਆ ਆਪ ਜੀਆਂ ਦਾ ਨਾਮ। ਆਪ ਕਿਰਪਾ ਕਰੋ ਹਜੂਰ, ਸਾਰਾ ਜਨਮ ਵਿਸ਼ਿਆਂ ਵਿੱਚ ਖੋ ਗਿਆ ਹੈ, ਥੋੜਾ ਮਾਤਰ ਵੀ ਹਜੂਰ ਕਦੇ ਮਨ ਨੇ ਫੁਰਨਾ ਹੀ ਨਹੀਂ ਉਠਾਇਆ ਕਿ ਤੂੰ ਵੀ ਕਦੇ ਸਤ ਸੰਗਤ ਵਿੱਚ ਆ ਕੇ ਬੈਠ। ਮਹਾਰਾਜ ਜੀ ਇਹਨਾਂ ਪੁੱਤਰਾਂ ਧੀਆਂ ਵਿੱਚ ਇੱਥੇ ਮਹਾਰਾਜ ਜੀ ਮਾਇਆ ਇਕੱਠੀ ਕਰਨ ਵਿੱਚ ਮਹਾਰਾਜ ਜੀ ਮੈਂ ਬਿਜੀ ਬਹੁਤ ਸੀ, ਕਦੇ ਮਨ ਨੇ ਫੁਰਨਾ ਹੀ ਨਹੀਂ ਕੀਤਾ। ਮਣਾ ਤੂੰ ਵੀ ਸਤ ਸੰਗਤ ਵਿੱਚ ਬੈਠ ਕੇ ਘੱਟੋ ਘੱਟ 2-3 ਘੰਟੇ ਬੈਠ ਕੇ ਕਥਾ ਕੀਰਤਨ ਸੁਣ। ਇਹ ਮਨ ਨੇ ਤਾਂ ਫੁਰਨੇ ਹੀ ਗਲਤ ਉਠਾਉਣੇ ਨੇ, ਗਲਤ ਪਾਸੇ ਲੈ ਕੇ ਜਾਣਾ ਹੈ। ਮਹਾਰਾਜ ਜੀ ਮੇਰੇ ਮਨ ਦੇ ਵਿੱਚ ਕਦੇ ਅੰਦਰੋਂ ਤਾਂਘ ਨਹੀਂ ਪੈਦਾ ਹੋਈ ਕਿ ਆਪ ਜੀਆਂ ਦੀ ਸਿਮਰਨ ਕਰਨ ਦੇ ਵਿੱਚ ਮੈਂ ਕਨਾਈ ਥੋੜਾ ਮਾਤਰ ਬੈਠਾ। ਜਿਸ ਤਰ੍ਹਾਂ ਹਜੂਰ ਨੇ ਅੱਜ ਸਾਧ ਸੰਗਤ ਜੀ ਹੁਕਮਨਾਮਾ ਸਾਹਿਬ ਬਖਸ਼ਿਆ ਹੈ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ। ਮਹਾਰਾਜ ਜੀ ਕਿਉਂ ਚਾਲੈ ਗੁਰ ਚਾਲੀ। ਮਹਾਰਾਜ ਜੀ ਅੱਖਾਂ ਤੋਂ ਅੰਨੇ ਹਾਂ, ਅੰਨੇ ਤੋਂ ਭਾਵ ਮਾਇਆ ਨੇ ਸਾਧ ਸੰਗਤ ਜੀ ਜ਼ੋਰ ਪਾਇਆ ਹੈ। ਹਜੂਰ ਦੀ ਸੰਗਤ ਵੱਲ ਕਦੇ ਚੱਲ ਕੇ ਆਉਣ ਨੂੰ ਇਹ ਕਦਮ ਤੁਰਦੇ ਹੀ ਨਹੀਂ। ਜੇ ਕਿਤੇ ਹੋਰ ਵਿਸ਼ਿਆਂ ਵਿਕਾਰਾਂ ਵਾਲੀ ਜਗ੍ਹਾ ਤੇ ਜਾਣਾ ਹੋਵੇ ਭੱਜੇ ਚੱਲਦੇ ਹਨ। ਮਹਾਰਾਜ ਜੀ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ। ਹਜੂਰ ਜ਼ਹਿਰ ਵਿੱਚ ਹੀ ਰਚਦੇ ਜਾ ਰਹੇ ਹਾਂ। ਹਜੂਰ ਕਿਉਂ ਚਾਲੈ ਗੁਰ ਚਾਲੀ। ਇਸ ਤਰ੍ਹਾਂ ਹਜੂਰ ਅਸੀਂ ਕਿਵੇਂ ਆਪ ਜੀਆਂ ਦੀ ਸ੍ਰੇਸ਼ਟ ਖਾਲਸਾ ਪੰਥ ਵਾਲੀ ਮਹਾਰਾਜ ਜੀ ਚਾਲ ਤੇ ਚੱਲ ਸਕਾਂਗੇ। ਸਤਿਗੁਰ ਦਇਆ ਕਰੈ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਹਜੂਰ ਸਾਰੇ ਸੁੱਖਾਂ ਦੇ ਦੇਣ ਵਾਲੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਆਪ ਦਇਆ ਕਰੋ। ਮਹਾਰਾਜ ਜੀ ਹਮ ਲਾਵੈ ਆਪਨ ਪਾਲੀ। ਹਜੂਰ ਆਪਣੇ ਪੱਲੇ ਨਾਲ ਲਾ ਲਵੋ। ਹਜੂਰ ਸਾਨੂੰ ਜੇ ਅਸੀਂ ਆਪ ਜੀਆਂ ਦਾ ਹੱਥ ਫੜਿਆ ਛੁੱਟ ਜਾਵੇਗਾ। ਹਜੂਰ ਆਪ ਹੀ ਸਾਡਾ ਹੱਥ ਪਕੜ ਲਵੋ। ਗੁਰਸਿੱਖ ਮੀਤ ਹਜੂਰ ਦੱਸਦੇ ਹਨ ਸਾਧ ਸੰਗਤ ਜੀ ਕੀ ਕਰਨਾ ਚਾਹੀਦਾ ਹੈ। ਹਜੂਰ ਆਂਦੇ ਹਨ ਗੁਰਸਿੱਖ ਮੀਤ, ਮਿੱਤਰ ਕਹਿ ਕੇ ਸਾਨੂੰ ਪਾਪੀਆਂ ਨੂੰ ਹਜੂਰ ਮਾਣ ਬਖਸ਼ਦੇ ਹਨ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਹਜੂਰ ਕਹਿੰਦੇ ਹਨ ਤੁਸੀਂ ਗੁਰੂ ਦੀ ਕਹੀ ਹੋਈ ਚਾਲ ਤੇ ਚੱਲੋ। ਜਿਸ ਤਰ੍ਹਾਂ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਹਜੂਰ ਦੀ ਸ੍ਰੇਸ਼ਟ ਕਥਾ ਹੈ, ਹਜੂਰ ਦੇ ਸਰੂਪ ਲਕਸ਼ਣ ਜਿਸ ਵਿੱਚ ਹੁੰਦੇ ਹਨ, ਮਹਾਰਾਜ ਜੀ ਕਹਿੰਦੇ ਹਨ ਜੋ ਗੁਰੂ ਸਾਹਿਬ ਕਹਿੰਦੇ ਹਨ ਉਹ ਤੁਹਾਡੇ ਭਲੇ ਵਾਸਤੇ ਕਹਿੰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਉਸ ਨੂੰ ਭਲਾ ਕਰਕੇ ਜਾਣੋ ਤੇ ਹਰ ਹਰ ਕਥਾ ਨਿਰਾਲੀ। ਜੋ ਮਹਾਰਾਜ ਜੀਆਂ ਦੀ ਨਿਰਾਲੀ ਕਥਾ ਹੈ ਉਸ ਵਿੱਚ ਬੈਠਿਆ ਕਰ। ਸਾਧ ਸੰਗਤ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ ਕਿ ਜੋ ਇਹ ਮਨ ਹੈ, ਕਦੇ ਸਾਧ ਸੰਗਤ ਜੀ ਹਜੂਰ ਦੀ ਸਾਰੀ ਬਾਣੀ ਮੌਤ ਦਾ ਜ਼ਿਕਰ ਕਰਦੀ ਹੈ। ਬੰਦੇ ਦਾ ਮਨ ਕਦੇ ਮੌਤ ਬਾਬਤ ਸੁਣਨਾ ਹੀ ਨਹੀਂ ਚਾਹੁੰਦਾ। ਫਿਰ ਉੱਠ ਕੇ ਕਹਿੰਦਾ ਹੈ ਅੱਜ ਤਾਂ ਸਾਰਾ ਦਿਨ ਹੀ ਖਰਾਬ ਹੋ ਗਿਆ। ਗੁਰੂ ਘਰ ਗਏ ਸੀ ਉੱਥੇ ਵੀ ਮੌਤ ਦੀਆਂ ਗੱਲਾਂ ਹੀ ਕਰੀ ਗਏ। ਪਰ ਹਜੂਰ ਕਹਿੰਦੇ ਹਨ ਇਸ ਨੂੰ ਭਲਾ ਕਰਕੇ ਜਾਣ। ਤੇਰੇ ਨਾਲ ਪ੍ਰੇਮ ਕਰਨ ਕਰਕੇ ਦੱਸਦੇ ਹਾਂ ਤੈਨੂੰ ਇਹ ਸੰਸਾਰ ਫਾਨੀ ਸੰਸਾਰ ਹੈ। ਮਹਾਰਾਜ ਜੀ ਕਹਿੰਦੇ ਹਨ ਮੁਸਾਫਰ ਖਾਨੇ ਦੀ ਨਿਆਈ ਹੈ। ਜੀਵ ਇੱਥੇ ਇੱਕ ਦੂਜੇ ਨੂੰ ਮਿਲਦੇ ਹਨ, ਵਿਛੜ ਜਾਂਦੇ ਹਨ। ਫਿਰ ਇਹਨਾਂ ਵਿੱਚ ਚੇਤਨਾ ਲਾ। ਹਰੀ ਦੀ ਜੋ ਨਿਰਾਲੀ ਕਥਾ ਹੈ ਉਸ ਨੂੰ ਸੁਣ ਕਰਕੇ ਗੁਰ ਗਿਆਨ ਅਰ ਧਿਆਨ ਤਤ
ਤਤ ਸਿਉ ਤਤ ਮਿਲਾਵੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜੋ ਸਾਧ ਸੰਗਤ ਜੀ ਸਰਗਣ ਸਰੂਪ ਦਾ ਗਿਆਨ, ਨਿਰਗੁਣ ਸਰੂਪ ਦਾ ਧਿਆਨ ਮਹਾਰਾਜ ਜੀਆਂ ਦੀ ਬਾਣੀ ਦੱਸਦੀ ਹੈ, ਉਸ ਨੂੰ ਜਪ ਕੇ ਤੱਤਾਂ ਦੇ ਵਿੱਚ ਤਤ ਮਿਲ ਜਾਂਦੇ ਹਨ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜਿਤ ਰੰਗ ਜਿਉ ਜਲ ਹੀ ਬਿਖੈ ਸਮਾਏ। ਮਹਾਰਾਜ ਜੀਆਂ ਅੱਗੇ ਜਿਸ ਤਰ੍ਹਾਂ ਗੁਰਸਿੱਖ ਅਰਦਾਸ ਕਰਦੇ ਹਨ, ਮਨ ਰੇ ਗਹਿਓ ਨਾ ਗੁਰ ਉਪਦੇਸ਼। ਫਿਰ ਮਨ ਦੇ ਵਿੱਚ ਸਾਧ ਸੰਗਤ ਜੀ ਹਿਰਦੇ ਤੋਂ ਚੀਸ ਨਿਕਲਦੀ ਹੈ, ਮਨਾ ਤੂੰ ਹਜੂਰ ਦਾ ਉਪਦੇਸ਼ ਕਦੇ ਪਕੜਿਆ ਹੀ ਨਹੀਂ। ਪਕੜੇ ਤੋਂ ਭਾਵ ਕਦੇ ਗੁਰਸਿੱਖਾ ਤੂੰ ਕਮਾਇਆ ਹੀ ਨਹੀਂ। ਫਿਰ ਸਾਧ ਸੰਗਤ ਜੀ ਹਜੂਰ ਦੇ ਜਦੋਂ ਚੀਸ ਨਿਕਲਦੀ ਹੈ, ਫਿਰ ਹਰੇਕ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ। ਗੁਰਸਿੱਖ ਕਹਿੰਦਾ ਹੈ, ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਮਹਾਰਾਜ ਜੀ ਮੈਂ ਹਰੇਕ ਗੁਰਸਿੱਖ ਦੇ ਹੁਣ ਚਾਹੁੰਦਾ ਹਾਂ ਨਿਵ ਨਿਵ ਕੇ ਪਾਵਾਂ ਦੇ ਚਰਨਾਂ ਤੇ ਢਹਿ ਪਵਾਂ। ਹਜੂਰ ਕਿਉਂ ਤੂੰ ਪੁੱਛਦੇ ਹਨ, ਕਿਉਂ ਢਹਿਣਾ ਚਾਹੁੰਦਾ ਹੈ? ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹੋ ਮਿਲਾਏ ਜੀਓ। ਆਪਣੇ ਮਨ ਦੀ ਮੈਂ ਉਹਨਾਂ ਨੂੰ ਹਾਲਤ ਕਵਾਂਗਾ ਕਿ ਮੈਨੂੰ ਹੁਣ ਗੁਰੂ ਜੋ ਸੱਜਣ ਹਨ, ਪ੍ਰੀਤਮ ਹਨ, ਉਹਨਾਂ ਨੂੰ ਮਿਲਾ ਦੇਵੋ। ਸੋਈ 10 ਉਪਦੇਸੜਾ, ਉਹਨਾਂ ਨੂੰ ਉਪਦੇਸ਼ ਪੁੱਛਾਂਗਾ ਕਿ ਹਜੂਰ ਤੋਂ ਆਪ ਜੀਆਂ ਨੇ ਕੈਸਾ ਉਪਦੇਸ਼ ਲਿਆ ਹੈ। ਮੇਰਾ ਮਨ ਅਨੰਤ ਨਾ ਕਾਹੋ ਜਾਏ ਜੀਓ, ਜਿਸ ਕਰਕੇ ਮੇਰਾ ਮਨ ਵੀ ਆਪ ਜੀ ਬਾਬਤ ਆਪ ਜੀਆਂ ਵਾਂਗੂ ਟਿਕ ਜਾਵੇ। ਮੈਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰੋ ਸਭੋ ਦੁੱਖ ਗਵਾਏ ਜੀਓ। ਉਹਨਾਂ ਨੂੰ ਦੱਸਾਂਗਾ ਕਿ ਮੈਂ ਬੜਾ ਲੰਮਾ ਪੈਂਡਾ ਤੈਅ ਕਰਕੇ ਆਇਆ ਹਾਂ। ਸਾਧ ਸੰਗਤ ਜੀ ਇੱਕ ਤਾਂ ਇੱਥੋਂ ਦਾ ਲੰਬਾ ਪੈਂਡਾ, ਦੂਸਰਾ ਪਤਾ ਨਹੀਂ ਜੀਵ ਕਿਹੜੀਆਂ ਕਿਹੜੀਆਂ ਜੂਨਾਂ ਵਿੱਚੋਂ ਹੋ ਕੇ ਆਇਆ ਹੈ। ਉਹਨਾਂ ਦੇ ਅੱਗੇ ਅਰਦਾਸ ਕਰਾਂਗਾ, ਮੈਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੈ ਦੁੱਖ ਗਵਾਏ ਜੀਓ। ਫਿਰ ਉਹ ਅੱਗੇ ਜਿਸ ਤਰ੍ਹਾਂ ਬਚਨ ਕਰਦੇ ਹਨ, ਇਤ ਮਾਰਗ ਚੱਲ ਭਾਈ ਅੜੇ। ਕਹਿੰਦੇ ਹਨ ਇਸ ਸ੍ਰੇਸ਼ਟ ਮਾਰਗ ਤੇ ਚੱਲ। ਕਿਹੜੇ ਮਾਰਗ ਤੇ? ਗੁਰ ਕਹੈ ਸੋ ਕਾਰ ਕਮਾਏ ਜੀਓ। ਜੋ ਗੁਰੂ ਕਹਿੰਦਾ ਹੈ ਉਹ ਕਾਰ ਕਮਾਇਆ ਕਰ। ਜਿਸ ਤਰ੍ਹਾਂ ਗੁਰੂ ਦੀ ਬਾਣੀ ਕਹਿੰਦੀ ਹੈ, ਸੁੱਚੀ ਕਾਰਜ ਕਿਰਤ ਕਰਿਆ ਕਰ। ਸਤ ਸੰਗਤ ਵਿੱਚ 2 ਟਾਈਮ ਚੱਲ ਕੇ ਆਇਆ ਕਰ। ਇਤ ਮਾਰਗ ਚੱਲ ਭਾਈ ਅੜੇ। ਉਹ ਫਿਰ ਅੱਗੋਂ ਗੁਰਸਿੱਖ ਦੱਸਦੇ ਹਨ, ਹੇ ਸਾਡੇ ਭਾਈਆ, ਇਸ ਮਾਰਗ ਤੇ ਚੱਲ। ਜੋ ਗੁਰੂ ਜੀ ਕਹਿੰਦੇ ਹਨ ਉਹ ਭਲਾ ਹੈ। ਰਹਾਉ। ਵਿਸ਼ਰਾਮ ਦੇ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਕਾਲ ਫਾਸ ਜਬ ਗਰਮ ਹੈ ਮੇਲੀ। ਜਿਸ ਸਮੇਂ ਸਾਧ ਸੰਗਤ ਜੀ ਹਜੂਰ ਦੇ ਅੱਗੇ ਅਰਦਾਸਾਂ ਨਿਕਲਦੀਆਂ ਹਨ ਸ਼ਬਦ ਸੁਣ ਕੇ, ਮਹਾਰਾਜ ਜੀ ਜਿਸ ਸਮੇਂ ਕਾਲ ਨੇ ਮੇਰੇ ਗਲੇ ਵਿੱਚ ਆ ਕੇ ਫਾਹੀ ਪਾ ਲਈ, ਤਹ ਸੁਧ ਸਭ ਬਿਸਰਾਈ। ਇਹ ਸੁਧ ਸਭ ਬਿਸਰਾਈ, ਸਭ ਸੁਧ ਭੁੱਲ ਜਾਣੀ ਹੈ। ਜਿਹੜਾ ਬੜਾ ਤੈਨੂੰ ਲੱਗਦਾ ਹੈ, ਮੈਂ ਤਾਂ ਸੂਝਵਾਨ ਹੀ ਬੜਾ ਹਾਂ, ਮੇਰੇ ਤੋਂ ਤਾਂ ਵੱਡੇ ਵੱਡੇ ਸਿੱਖਿਆ ਲੈਂਦੇ ਹਨ। ਹਜੂਰ ਕਹਿੰਦੇ ਹਨ ਬਚਿਆ ਨਹੀਂ ਜਾਣਾ। ਜਿਸ ਸਮੇਂ ਕਾਲ ਦੀ ਫਾਹੀ ਗਲੇ ਵਿੱਚ ਪੈ ਗਈ, ਸਭ ਤੈਨੂੰ ਸੂਝ ਬੂਝ ਵਿਸਰ ਜਾਣੀ ਹੈ। ਰਾਮ ਨਾਮ ਬਿਨ ਯਾ ਸੰਕਟ ਮਹਿ। ਮਹਾਰਾਜ ਜੀ ਕੀ ਕਰਨਾ ਕਰੀਏ? ਹਜੂਰ ਕਹਿੰਦੇ ਹਨ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾ, ਉਸ ਅਕਾਲ ਪੁਰਖ ਵਾਹਿਗੁਰੂ ਰਾਮ ਜੋ ਰੋਮ ਰੋਮ ਵਿੱਚ ਵਸ ਰਿਹਾ ਹੈ, ਇਸ ਸੰਕਟ ਦੇ ਵਿੱਚ ਕੋ ਆਪ ਹੋਤ ਸਹਾਈ। ਕੋ ਅਬ ਹੋਤ ਸਹਾਈ। ਉਸ ਤੋਂ ਬਿਨਾ ਕੌਣ ਹੈ ਜੋ ਤੇਰੀ ਸਹਾਇਤਾ ਕਰੇਗਾ? ਝਾਤੀ ਮਾਰ ਕੇ ਦੇਖ ਆਸੇ ਪਾਸੇ। ਜਿਸ ਸਮੇਂ ਕਾਲ ਨੇ ਫਾਹੀ ਪਾਈ, ਦੇਖ ਮਣਾ ਝਾਤੀ ਮਾਰ ਅੰਦਰ। ਹਜੂਰ ਕਹਿ ਰਹੇ ਨੇ, ਦੇਖ ਕਿਹੜਾ ਤੇਰੀ ਸਹਾਇਤਾ ਕਰੇਗਾ? ਮਾਇਆ ਤੇਰੀ ਸਹਾਇਤਾ ਕਰੇਗੀ? ਨਹੀਂ ਹਜੂਰ, ਉਹ ਤਾਂ ਇੱਥੇ ਹੀ ਰਹਿ ਜਾਂਦੀ ਹੈ। ਹਜੂਰ ਕਹਿੰਦੇ ਹਨ ਪਰਿਵਾਰ ਦੇ ਜੀਵ ਸਹਾਇਤਾ ਕਰਨਗੇ? ਨਹੀਂ ਮਹਾਰਾਜ ਜੀ, ਉਹਨਾਂ ਦੇ ਤਾਂ ਪਾਸ ਕੱਲਾ ਸਰੀਰ ਲੈ ਰਹਿ ਜਾਂਦਾ ਹੈ, ਹੰਸਤਾ ਵਿੱਚੋਂ ਉਡਾਰੀ ਮਾਰ ਜਾਂਦਾ ਹੈ। ਹਜੂਰ ਕਹਿੰਦੇ ਹਨ ਤੇਰੀ ਧਰਤੀ ਸਹਾਇਤਾ ਕਰੇਗੀ, ਜਿੰਦੇ ਤੇ ਬੜਾ ਮਾਣ ਕਰਕੇ ਕਹਿੰਦਾ ਸੀ ਹੱਥ ਫੈਲਾ ਕੇ, ਉੱਥੇ ਤਿੱਕਰ ਮੇਰੀਆਂ ਜ਼ਮੀਨਾਂ ਹਨ। ਨਹੀਂ ਮਹਾਰਾਜ, ਕਿਸੇ ਨੇ ਸਾਥ ਨਹੀਂ ਦੇਣਾ। ਫਿਰ ਹਜੂਰ ਕਹਿੰਦੇ ਹਨ ਰਾਮ ਨੇ ਨਾਮ ਨੇ ਸਾਥ ਦੇਣਾ ਹੈ। ਰਾਮ ਨਾਮ ਬਿਨ ਯਾ ਸੰਕਟ ਮੈਂ, ਕੋ ਅਬ ਹੋਤ ਸਹਾਈ।
ਕੌਣ ਤੇਰੀ ਸਹਾਇਤਾ ਕਰੇਗਾ। ਜਿਸ ਤਰ੍ਹਾਂ ਭੱਬੇ ਅੱਖਰ ਦੁਆਰਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ, ਭੱਬਾ ਭਰਮ ਮਿਟਾਵੋ ਆਪਣਾ, ਆ ਸੰਸਾਰ ਸਗਲ ਹੈ ਸੁਪਨਾ। ਮਹਾਰਾਜ ਜੀ ਕਹਿੰਦੇ ਹਨ, ਇਹ ਭਰਮ ਤੂੰ ਆਪਣੇ ਮਨ ਵਿੱਚੋਂ ਕੱਢ ਦੇ, ਇਹ ਸੰਸਾਰ ਸੁਪਨੇ ਦੀ ਨਿਆਈ ਹੈ ਤੇ ਤੂੰ ਬੰਦਿਆ ਇਸ ਵਿੱਚੋਂ ਫਾਨੀ ਸੰਸਾਰ ਵਿੱਚ ਕੋਈ ਨਹੀਂ ਰਿਹਾ। RAM ਨਾਮ ਬਿਨ ਯਾ ਸੰਕਟ ਮੈਂ, ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਜੋ ਸੰਪਟ ਆਪਣੀ ਕਰਮਾਨੀ। ਇਸੇ ਤਰ੍ਹਾਂ ਕਾਲ ਫਾਸ ਕਾਲ ਫਾਸ RAM ਬਿਨ ਯਾ ਸੰਕਟ ਮਹਿ। ਮਹਾਰਾਜ ਜੀ ਜਿਸ ਤਰ੍ਹਾਂ ਕਹਿ ਰਹੇ ਸਨ, ਕਾਲ ਫਾਸ ਜਬ ਗਰਮ ਹੈ ਮੇਲੀ, ਤੇ ਸੁਧ ਸਭ ਬਸਰਾਈ। ਜਿਸ ਸਮੇਂ ਕਾਲ ਨੇ ਫਾਹੀ ਤੇਰੇ ਗਲ ਵਿੱਚ ਆ ਕੇ ਪਾ ਦਿੱਤੀ, ਜਿਸ ਤਰ੍ਹਾਂ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਹਨ, ਜਿਸ ਸਮੇਂ ਹੁਣ ਤਾਂ ਤੂੰ ਨਹੀਂ ਉੱਠਦਾ, ਜਿਸ ਸਮੇਂ ਜਮਾਂ ਨੇ ਆ ਕੇ ਤੈਨੂੰ ਉਠਾਉਣਾ ਹੈ, ਉਹਨਾਂ ਦਾ ਮਾਰਿਆ ਹੋਇਆ ਸੋਟਾ ਬੜਾ ਬੁਰਾ ਹੀ, ਤੂੰ ਜਦੋਂ ਉਦੋਂ ਉੱਠੇਗਾ ਫਿਰ ਤੇਰੇ ਤੋਂ ਸੁੱਤਾ ਨਹੀਂ ਜਾਣਾ। ਇਹ ਦੇਹੀ ਦਾ ਮਾਣ ਕਰਦਾ ਹੈ। ਫਰੀਦਾ ਦਰਿਆਵੇ ਕੰਨੈ ਬਗਲਾ, ਬੈਠਾ ਕੇਲ ਕਰੇ। ਇਹ ਪ੍ਰਮਾਣ ਸਤ ਸੰਗੀਆਂ ਨੇ ਕਈ ਵਾਰੀ ਸੁਣੇ ਹਨ, ਪਰ ਮਹਾਰਾਜ ਜੀ ਕਹਿੰਦੇ ਹਨ ਕਦੇ ਮਨ ਤੇ ਟਿਕਾਏ ਨਹੀਂ। ਦਰਿਆ ਦੇ ਕੰਢੇ ਤੇ ਇੱਕ ਬਗਲਾ ਬੈਠਾ ਸੀ, ਬੈਠਾ ਖੇਡਾਂ ਕਰ ਰਿਹਾ ਸੀ। ਜਦੋਂ ਕੋਈ ਮੱਛੀ ਆਉਂਦੀ ਸੀ ਉਸ ਨੂੰ ਚੁੰਝ ਨਾਲ ਪਕੜ ਕੇ ਤਾਂ ਨੂੰ ਛਾਲਦਾ ਸੀ, ਫਿਰ ਉਸ ਨੂੰ ਝਪਟਦਾ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ ਭਗਤ ਜੀ ਕਹਿੰਦੇ ਹਨ, ਦਰਿਆਵੇ ਕੰਨੈ ਬਗਲਾ, ਬੈਠਾ ਕੇਲ ਕਰੇ। ਇਹ ਜੋ ਮਨੁੱਖ ਹੈ ਸੰਸਾਰ ਦੇ ਵਿੱਚ ਖੇਡਾਂ ਖੇਡਦਾ ਹੈ, ਐਸ ਪ੍ਰਸਤੀ ਕਰਦਾ ਹੈ, ਮੱਛੀਆਂ ਦੀ ਨਿਆਈ ਵਿਸ਼ੇ ਵਕਾਰ ਭੋਗਦਾ ਹੈ, ਤਾਂ ਨੂੰ ਸੁੱਟਦਾ ਹੈ, ਕਹਿੰਦਾ ਹੈ ਮੈਨੂੰ ਕੀ ਹੋਣ ਲੱਗਾ ਹੈ। ਸਾਧ ਸੰਗਤ ਜੀ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਜਿਸ ਸਮੇਂ ਸਾਧ ਸੰਗਤ ਜੀ ਉਹ ਮੱਛੀਆਂ ਤਾਂ ਨੂੰ ਸੁੱਟ ਰਿਹਾ ਸੀ, ਮੱਛੀ ਦੀ ਚਮਕ ਦੇ ਨਾਲ ਇੱਕੋ ਦਮ ਆਕਾਸ਼ ਦੇ ਵਿੱਚੋਂ ਬਾਜ ਆਉਂਦਾ ਹੈ। ਉਸ ਬਗਲੇ ਨੂੰ ਸਾਧ ਸੰਗਤ ਜੀ ਧੌਣ ਤੋਂ ਪਕੜ ਕੇ ਉਸ ਨੂੰ ਸੁੱਟ ਦਿੰਦਾ ਹੈ ਤੇ ਨਾਲ ਉਡਾ ਕੇ ਲੈ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਇਸੇ ਤਰ੍ਹਾਂ ਬੰਦਾ ਮੌਤ ਕਦੇ ਇਸ ਨੂੰ ਚੇਤੇ ਹੀ ਨਹੀਂ ਹੈ, ਕੰਮਾਂ ਵਿੱਚ ਲੱਗਾ ਰਹਿੰਦਾ ਹੈ। ਇਸ ਤਰ੍ਹਾਂ ਧਨ ਇਕੱਠਾ ਕਰਦਾ ਖੇਡਾਂ ਖੇਡਦਾ ਹੈ ਕਿ ਸਦਾ ਹੀ ਨਾਲ ਰਹਿਣਾ ਹੈ। ਪਰ ਮਹਾਰਾਜ ਜੀ ਕਹਿੰਦੇ ਹਨ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆ। ਮਹਾਰਾਜ ਜੀ ਕਹਿੰਦੇ ਹਨ, ਜਦੋਂ ਅਚਿੰਤੇ ਬਾਜ ਭਾਵ ਇਸ ਨੂੰ ਜੋ ਜਮਦੂਤ ਹਨ ਇਸ ਨੂੰ ਲੈ ਜਾਣਗੇ ਸੰਸਾਰ ਵਿੱਚ ਖੇਡਦੇ ਨੂੰ, ਜੋ ਮਨ ਚੇਤਨਾ ਚੇਤੇ ਸਨ। ਮਹਾਰਾਜ ਜੀ ਕਹਿੰਦੇ ਹਨ, ਬੰਦੇ ਦੇ ਮਨ ਚੇਤੇ ਵਿੱਚ ਵੀ ਨਹੀਂ ਹੁੰਦਾ ਕਿ ਮੈਂ ਹੁਣ ਇੱਥੇ ਮੇਰੀ ਬੱਸ ਹੈ। ਮਹਾਰਾਜ ਜੀ ਕਹਿੰਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਗੱਲਾਂ ਹਨ। ਇਹ ਬਗਲੇ ਦੀ ਨਿਆਈ ਉੱਤੋਂ ਜਦੋਂ ਬਾਜ ਪੈਂਦੇ ਹਨ, ਮਹਾਰਾਜ ਜੀ ਕਹਿੰਦੇ ਹਨ, ਕਾਲ ਫਾਸ ਜਬ ਗਰਮ ਮੈਂ ਮੇਲੀ, ਤੇ ਸੁਧ ਸਭ ਬਿਸਰਾਈ। ਸਭ ਸੁਧ ਬੁੱਧ ਵਿਸਰ ਜਾਣੀ ਹੈ ਮਣਾ। ਇਹ ਕੀ ਹੋ ਗਿਆ? ਕਵੇਂਗਾ ਮੈਨੂੰ 5 ਮਿੰਟ ਦੇ ਦਿਓ, ਮੈਨੂੰ ਦੱਸ ਲੈਣ ਦਿਓ ਕੀ ਕੀ ਕਾਰਜ ਕਰਨ ਵਾਲੇ ਰਹਿ ਗਏ ਹਨ। ਮਹਾਰਾਜ ਜੀਆਂ ਦੀ ਬਾਣੀ ਦੱਸਦੀ ਹੈ, ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਤੇਰੇ ਤੋਂ ਵੱਡੇ ਵੀ ਚਲੇ ਗਏ ਹਨ, ਉਹਨਾਂ ਦੇ ਕਾਰਜ ਪੂਰੇ ਹੋ ਗਏ ਨਹੀਂ। ਮਹਾਰਾਜ ਜੀ ਕਿਸੇ ਦੇ ਕਾਰਜ ਪੂਰੇ ਨਹੀਂ ਜੇ ਹੋਏ। ਮਹਾਰਾਜ ਜੀ ਕਹਿੰਦੇ ਹਨ, ਫਿਰ ਇਹ ਸੱਚ ਜਾਣ ਲਾ ਹਿਰਦੇ ਦੇ ਵਿੱਚ। ਜੋ ਗੁਰਸਿੱਖ ਹਨ ਸਾਧ ਸੰਗਤ ਜੀ, ਇਸ ਗੱਲ ਨੂੰ ਸੱਚ ਜਾਣ ਕੇ ਹਜੂਰ ਦਾ ਉਪਦੇਸ਼ ਕਮਾ ਕੇ ਨਾਮ ਵਿੱਚ ਬਿਰਤੀ ਜੋੜਦੇ ਹਨ ਤੇ ਸੰਸਾਰ ਨੂੰ ਨਾਸਵੰਤ ਜਾਣ ਕੇ RAM ਨਾਮ ਬਿਨ ਯਾ ਸੰਕਟ ਮੈਂ, ਇਹ ਜਾਣ ਲਿਆ ਹੈ ਕਿ RAM ਦੇ ਨਾਮ ਤੋਂ ਬਿਨਾਂ ਇਸ ਸੰਕਟ ਵਿੱਚ ਮਣਾ ਕਿਸੇ ਨੇ ਸਹਾਇਤਾ ਨਹੀਂ ਕਰਨੀ। ਕਬੀਰ ਵੈਦ ਕਹੈ ਹਉ ਹੀ ਭਲਾ, ਦਾਰੂ ਮੇਰੇ ਵਸ, ਇਹ ਤੋਂ ਬਸਤ ਗੋਪਾਲ ਕੀ, ਜਬ ਭਾਵੈ ਲੈ ਖਸ। ਵੈਦ ਕਹਿੰਦਾ ਹੈ ਮੈਂ ਬੜਾ ਭਲਾ ਹਾਂ, ਤੈਨੂੰ ਦਵਾਈਆਂ ਨਾਲ ਬਚਾ ਲਵਾਂਗਾ। ਪਰ ਮਹਾਰਾਜ ਜੀ ਕਹਿੰਦੇ ਹਨ, ਇਹ ਤਾਂ ਜੀਵ ਗੋਪਾਲ ਅਕਾਲ ਪੁਰਖ ਵਾਹਿਗੁਰੂ ਦੀ ਵਸਤੂ ਹੈ। ਜਦੋਂ ਉਹਦਾ ਜੀ ਕਰਦਾ ਹੈ ਸਰੀਰ ਚੋਂ ਪ੍ਰਾਣ ਉਹ ਖਿੱਚ ਲਵੇਗਾ, ਵੈਦ ਕੁਝ ਨਹੀਂ ਕਰ ਸਕਣਗੇ। ਮਹਾਰਾਜ ਜੀ ਕਹਿੰਦੇ ਹਨ, RAM ਦਾ ਨਾਮ ਜਪਣ ਦਾ ਹਜੂਰ ਸਾਡੇ ਗਰੀਬਾਂ ਨੂੰ ਉਪਦੇਸ਼ ਦਿੰਦੇ ਹਨ। ਜੋ ਸੰਪਤ ਆਪਣੀ ਕਰਮਾਨੀ। ਮਹਾਰਾਜ ਜੀ ਕਹਿੰਦੇ ਹਨ, ਜੋ ਸੰਪਤ ਆਪਣੀ ਕਰਮਾਨੀ। ਇਹ ਜੋ ਵਿਭੂਤੀ ਹੈ, ਧਨ ਦੌਲਤ ਹੈ, ਤੂੰ ਆਪਣੀ ਕਰਕੇ ਮੰਨੀ ਹੈ। ਖਿਨ ਮਹਿ ਭਈ ਪਰਾਈ। ਕਿੰਨੇ ਸਮੇਂ ਵਿੱਚ ਪਰਾਈ ਹੋ ਜਾਵੇਗੀ।
ਇੱਕ ਛਿਨ ਦਾ ਸਮਾਂ ਲੱਗਦਾ ਹੈ, ਇਧਰੋਂ ਤੇਰੇ ਪ੍ਰਾਣ ਨਿਕਲੇ ਨਹੀਂ। ਜਿਹੜੇ ਪੁੱਤਰਾਂ ਦਾ ਤੂੰ ਮੋਹ ਸੀ ਕਰਦਾ, ਉਹਨਾਂ ਨੇ ਹੀ ਤੇਰੇ ਮਰੇ ਹੋਏ ਦੇ ਵੀ ਅੰਗੂਠੇ ਲਵਾ ਲੈਣੇ ਨੇ। ਮਹਾਰਾਜ ਜੀ ਕਹਿੰਦੇ ਹਨ, ਛਿਨ ਮੈਂ ਭਈ ਪਰਾਈ, ਇੱਕ ਛਿਣ ਦੇ ਵਿੱਚ ਪਰਾਈ ਹੋ ਜਾਣੀ ਹੈ। ਉਦੋਂ ਤੂੰ ਦੇਖੇਂਗਾ ਆਪਣੀਆਂ ਅੱਖਾਂ ਦੇ ਨਾਲ, ਮੱਥੇ ਤੇ ਹੱਥ ਮਾਰੇਗਾ ਮਣਾ। ਇਹਨਾਂ ਵਾਸਤੇ ਸਾਰੀ ਉਮਰ ਖਰਾਬ ਕਰ ਦਿੱਤੀ, ਕਦੇ ਹਜੂਰ ਦੇ ਦਰਬਾਰ ਵਿੱਚ ਨਾ ਗਿਆ। ਜੇ ਗਿਆ ਹੁੰਦਾ ਤਾਂ ਹਜੂਰ ਨੇ ਮੇਰੀ ਰੱਖਿਆ ਕਰਨੀ ਸੀ, ਮਹਾਰਾਜ ਜੀਆਂ ਦੇ ਨਾਮ ਨੇ ਗਵਾਹੀ ਦੇਣੀ ਸੀ। ਪਰ ਮਹਾਰਾਜ ਜੀ ਕਹਿੰਦੇ ਹਨ, ਤੂੰ ਤਾਂ ਸੰਪਤ। ਮਹਾਰਾਜ ਜੀ ਜਿਸ ਤਰ੍ਹਾਂ ਕਹਿ ਰਹੇ ਹਨ, RAM ਨਾਮ ਬਿਨ, ਮਹਾਰਾਜ ਜੀ ਕਹਿੰਦੇ ਹਨ, ਯਾ ਸੰਕਟ ਮੈਂ ਕੋ ਅਬ ਹੋਤ ਸਹਾਈ, ਜੋ ਸੰਪਤ ਆਪਣੀ ਕਰ ਮਾਨੀ, ਖਿਨ ਮੈਂ ਭਈ ਪਰਾਈ। ਛਿਨ ਮਾਤਰ ਸਮੇਂ ਦੇ ਵਿੱਚ ਪਰਾਈ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ RAM ਜੋ ਸੰਪਤ, ਜੋ ਸੰਪਟ ਆਪਣੀ ਕਰ ਮਾਨੀ। ਜਿਸ ਤਰ੍ਹਾਂ ਧਨ ਦਾਰਾ ਸੰਪਤ, ਮਹਾਰਾਜ ਜੀ ਕਹਿੰਦੇ ਹਨ, ਸਗਲ ਜਿਨ ਆਪਣੀ ਕਰ ਮਾਨ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਣ। ਹਜੂਰ ਕਹਿੰਦੇ ਹਨ, ਤੈਨੂੰ ਸੱਚੀ ਸਿੱਖਿਆ ਦਿੰਦੇ ਹਾਂ। ਜਿਸ ਤਰ੍ਹਾਂ ਸਾਧ ਸੰਗਤ ਜੀ ਮਛਿੰਦਰ ਦੇ ਪਾਸ ਪਾਰਥਨਾਥ ਆਇਆ ਸੀ, ਪਾਰਥਨਾਥ ਨੇ ਸਭ ਸੰਸਾਰ ਜਿੱਤ ਲਿਆ ਸੀ। ਜਿਸ ਸਮੇਂ ਮਛਿੰਦਰ ਨੇ ਕਿਹਾ, ਪਾਰਥਨਾਥ ਹਜੇ ਵੀ ਕੁਝ ਜਿੱਤਣ ਵਾਲਾ ਰਹਿੰਦਾ ਹੈ। ਮਛਿੰਦਰ ਕਹਿੰਦਾ ਹੈ, ਦੱਸ ਮੈਨੂੰ, ਮੈਂ ਉਹ ਵੀ ਜਿੱਤ ਲਵਾਂਗਾ ਦੇਸ਼ ਜਿਹੜਾ ਤੂੰ ਕਹਿੰਦਾ ਹੈ। ਮਛਿੰਦਰ ਕਹਿੰਦਾ ਹੈ, ਤੇਰੇ ਤੋਂ ਨਹੀਂ ਜਿੱਤਿਆ ਜਾਣਾ। ਪਾਰਥਨਾਥ ਕਹਿੰਦਾ ਹੈ, ਮੈਂ ਸਭ ਸੰਸਾਰ ਜਿੱਤ ਲਿਆ ਹੈ, ਐਸਾ ਕੋਈ ਦੇਸ਼ ਨਹੀਂ ਜਿਹਨੂੰ ਮੈਂ ਨਹੀਂ ਜਿੱਤ ਸਕਿਆ। ਉਸ ਸਮੇਂ ਕਿਹਾ ਸੀ ਕਿ ਪਾਰਥਨਾਥ, ਤੂੰ ਆਪਣੇ ਮਨ ਨੂੰ ਨਹੀਂ ਜਿੱਤ ਸਕਿਆ ਹਜੇ ਤਿੱਕਰ, ਦੇਖ ਤੇਰਾ ਮਨ ਤੇਰੇ ਵਸ ਵਿੱਚ ਚੱਲਦਾ ਹੈ। ਉਸ ਸਮੇਂ ਜਿਸ ਤਰ੍ਹਾਂ ਪਾਰਥਨਾਥ ਨੇ ਆਖਿਆ, ਮੈਂ ਮਨ ਵੀ ਜਿੱਤ ਲਵਾਂਗਾ, ਕਿੱਡੀ ਕੁ ਗੱਲ ਹੈ। ਸਾਧ ਸੰਗਤ ਜੀ, ਜੇ ਕਦੇ ਸਿਮਰਨ ਵਿੱਚ ਨਾ ਬੈਠੇ ਹੋਈਏ, ਇਸ ਤਰ੍ਹਾਂ ਲੱਗਦਾ ਹੈ ਮਨ ਨੂੰ ਜਿੱਤਣਾ ਕਿਹੜੇ ਵਸ ਵਿੱਚ ਗੱਲ ਹੈ, ਫੁਰਨੇ ਰੋਕਣੇ ਕਿੱਡੀ ਕੁ ਵੱਡੀ ਗੱਲ ਹੈ। ਜਦੋਂ ਪਹਿਲੇ ਪੈਰ ਬੈਠੀਏ ਉਦੋਂ ਪਤਾ ਲੱਗਦਾ ਹੈ ਮਨ ਤਾਂ ਮੇਰੇ ਵਸ ਵਿੱਚ ਹੀ ਨਹੀਂ ਹੈਗਾ, ਬੈਠਾ ਇੱਥੇ ਹੁੰਦਾ ਹੈ। ਫੁਰਨੇ ਦੇਸਾਂ ਦਸਾਂਤਰਾਂ 'ਚ ਲੈ ਜਾਂਦੇ ਹਨ। ਜਿਸ ਤਰ੍ਹਾਂ ਪਾਰਸਨਾਥ ਨੇ ਫਿਰ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਹਜੂਰ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਵੀ ਜਿਸ ਤਰ੍ਹਾਂ ਹਜੂਰ ਦੱਸਦੇ ਹਨ, ਜਿਸ ਸਮੇਂ ਇਹ ਮਨ ਨਾ ਸੀ ਜਿੱਤ ਸਕਿਆ, ਪਹਾੜੀ ਤੇ ਚਿਖਾ ਬਣਾ ਕੇ ਵਿੱਚ ਆਪ ਬੈਠ ਕੇ ਇਸ ਨੇ ਸਾਧ ਸੰਗਤ ਜੀ ਆਤਮ ਹੱਤਿਆ ਕਰ ਲਈ। ਐਡੇ ਐਡੇ ਵੱਡੇ ਰਾਜੇ ਜਿਨ੍ਹਾਂ ਬਾਬਤ ਫਿਰ ਹਜੂਰ ਨੇ ਲਿਖਿਆ ਸੀ, ਕਹਾ ਭਇਓ ਜੋ ਸਭ ਹੀ ਜਗ ਜੀਤ, ਸੋ ਲੋਗਨ ਕੋ ਬਹੁ ਤਰਾਸ ਦਿਖਾਇਓ। ਕਿੱਡੀ ਕੁ ਗੱਲ ਹੋ ਗਈ ਮਛੰਦ ਪਾਰਥਨਾਥ, ਜੇ ਤੂੰ ਸਾਰੇ ਦੇਸ਼ ਜਿੱਤ ਲਏ ਹਨ, ਸਭ ਸੰਸਾਰ ਤੇਰੇ ਭੈ ਵਿੱਚ ਚੱਲੇ ਜਿੱਥੋਂ ਨੰਗੇ। ਜਿਸ ਤਰ੍ਹਾਂ ਹਜੂਰ ਨੇ ਕਿਹਾ ਹੈ, ਔਰ ਕਹਾ ਜੋ ਪੈ ਦੇਸ਼ ਵਿਦੇਸਨ ਮਾਹੇ, ਭਲੇ ਗੱਜ ਗਾਹੇ ਵਧਾਇਓ। ਕਿੱਡੀ ਕੁ ਗੱਲ ਹੈ, ਦੇਸਾਂ ਵਿਦੇਸਾਂ ਦੇ ਵਿੱਚ ਤੇਰੀਆਂ ਨੌਬਤਾਂ ਵੱਜਣ, ਤੇਰੀ ਉੱਥੇ ਭਾਵ ਹਾਥੀ ਤੇਰੇ ਅੱਗੇ ਅੱਗੇ ਤੁਰਨ, ਤੇਰੇ ਧੌਂਸੇ ਵੱਜਣ। ਮਹਾਰਾਜ ਜੀ ਕਹਿੰਦੇ ਹਨ, ਜੋ ਮਨ ਜੀਤ ਹੈ ਸਭ ਦੇਸ ਵਹਿ, ਤੁਮਰੈ ਨਿਰਪ ਹਾਥ ਨਾ ਆਇਓ। ਜਿਸ ਮਨ ਨੇ ਤੇਰੇ ਨੇ ਤੇਰੇ ਤੋਂ ਇਹ ਸਾਰੇ ਕਾਰਜ ਕਰਾਏ ਹਨ, ਹੇ ਰਾਜਾ ਤੇਰੇ ਮਨ ਉਹ ਹੱਥ ਵਿੱਚ ਹੀ ਨਹੀਂ ਹੈਗਾ। ਭੂਮ ਕੋ ਕੌਣ ਗੁਮਾਨ ਹੈ, ਭੂਪਤ ਸੋ ਨਹੀਂ ਕਾਹੂ ਕੇ ਸੰਗ ਚਲੈ ਹੈ। ਮਹਾਰਾਜ ਜੀ ਕਹਿੰਦੇ ਹਨ, ਇਹ ਧਰਤੀ ਦਾ ਕੀ ਮਾਣ ਕਰਦਾ ਹੈ ਪਾਰਥਨਾਥ, ਇਹ ਧਰਤੀ ਦਾ ਕਦੇ ਵੀ ਕਿਸੇ ਦੇ ਨਾਲ ਨਹੀਂ ਚੱਲਦੀ ਹੈ। ਛਲਵੰਤ ਬੜੀ ਬਸਦਾ ਯਹ ਕਾਹੂ ਕੀ ਹੈ, ਨਹਿ ਕਾਹੂ ਹੁਆ ਹੈ। ਇਹ ਧਰਤੀ ਬੜੀ ਛਲਵੰਤ ਹੈ, ਨਾ ਹੀ ਕਿਸੇ ਦੀ ਹੋਈ ਹੈ, ਨਾ ਹੀ ਕਿਸੇ ਦੀ ਹੋਏਗੀ। ਜਿਸ ਤਰ੍ਹਾਂ ਹਜੂਰ ਦੱਸ ਰਹੇ ਹਨ, ਜੋ ਤੇਰੀ ਪ੍ਰਾਪਰਟੀ ਜੋੜੀ ਹੈ, ਛਿਨ ਮੈਂ ਹੋਈ ਪਰਾਈ, ਇੱਕ ਮਿੰਟ ਲੱਗਦਾ ਹੈ ਪਰਾਈ ਹੋ ਜਾਂਦੀ ਹੈ। ਭੌਣ ਭੰਡਾਰ ਸਭੈ ਬਰਨਾਰ, ਸੋ ਅੰਤ ਤੁਝੈ ਕੋ ਸਾਖ ਨਾ ਦੈ ਹੈ। ਮਹਾਰਾਜ ਜੀ ਕਹਿੰਦੇ ਹਨ, ਭੌਣ ਭੰਡਾਰ ਧਰਾ ਗੜ ਜੇਤਕ, ਛਾੜਤ ਪ੍ਰਾਣ ਬਿਗਾਨ ਕਹੈ ਹੈ। ਜਦੋਂ ਇਹ ਤੂੰ ਕਹਿੰਦਾ ਹੈ ਮੇਰੇ ਪੁੱਤਰ ਹੈ, ਉਹ ਖੜਾ ਮੇਰਾ ਪੁੱਤਰ ਐਡਾ ਲੰਮਾ ਚੌੜਾ ਹੈ, ਮੇਰੀ ਭਾਵ ਮੇਰਾ ਸਹਾਇਤਾ ਕਰੇਗਾ। ਹਜੂਰ ਕਹਿੰਦੇ ਹਨ, ਜਿਹੜੇ ਮਿੱਤਰਾਂ ਬਾਬਤ ਤੂੰ ਕਹਿੰਦਾ ਸੈ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਹਨ, ਬੜਾ ਮਾਣ ਹੈ ਮੈਨੂੰ ਆਪਦੇ ਭਰਾਵਾਂ ਤੇ। ਐਡੀ ਕੋਠੀ ਹੈ ਪਿੰਡ 'ਚ, ਐਡੀ ਕੋਠੀ ਨਹੀਂ ਕਿਸੇ ਦੀ ਹੈਗੀ।
ਹਜੂਰ ਕਹਿੰਦੇ ਹਨ ਛਾੜਤ ਪ੍ਰਾਣ ਬਗਾਨ ਕਹਿ ਹੈ। ਇਹਨਾਂ ਚੀਜ਼ਾਂ ਨੇ ਤੈਨੂੰ ਬਗਾਨਾ ਕਰ ਦੇਣਾ ਹੈ। ਮਹਾਰਾਜ ਜੀ ਕਹਿੰਦੇ ਹਨ ਹੋਰ ਕਿੱਡੀ ਤੈਨੂੰ ਗੱਲ ਕਹਿਣਾ ਕਰੀਏ। ਆਨ ਕੀ ਬਾਤ ਚਲਾਤ ਹੈ ਕਾਹੇ ਕੋ ਸੰਗ ਕੀ ਦੇਹ ਨਾ ਸੰਗ ਸਦਾ ਹੈ। ਮਹਾਰਾਜ ਜੀ ਕਹਿੰਦੇ ਹਨ ਹੋਰ ਤੈਨੂੰ ਕਿਹੜੀ ਗੱਲ ਦੱਸਣਾ ਕਰੀਏ ਗੁਰਸਿੱਖਾ, ਸਭ ਤੋਂ ਲਾਗੇ ਦੇਖ ਕੀ ਹੈ। ਮਹਾਰਾਜ ਜੀ ਮੇਰੇ ਪੁੱਤਰ ਧੀਆਂ ਹਨ। ਨਹੀਂ, ਮਹਾਰਾਜ ਜੀ ਕਹਿੰਦੇ ਹਨ ਉਦੋਂ ਵੀ ਲਾਗੇ ਥੋੜੀ ਨਿਗਾਹ ਮਾਰ, ਹਜੂਰ ਮੇਰਾ ਸਰੀਰ ਹੈ। ਮਹਾਰਾਜ ਜੀ ਕਹਿੰਦੇ ਹਨ ਦੇਖ ਤੈਨੂੰ ਭੇਦ ਵਾਲੀ ਗੱਲ ਦੱਸਦੇ ਹਾਂ, ਇਹ ਸੰਗ ਕੀ ਦੇਹ ਨਾ ਸੰਗ ਸਦਾ ਹੈ। ਇਸ ਦੇਹੀ ਨੇ ਵੀ ਤੇਰਾ ਇਸ ਸੰਸਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਹਨ ਸਾਥ ਛੱਡ ਦੇਣਾ ਹੈ। ਤੇਰੇ ਨਾਲ ਅੱਗੇ ਕਿੰਨੇ ਜਾਣਾ ਹੈ। ਮਹਾਰਾਜ ਜੀ ਕਹਿੰਦੇ ਹਨ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ। ਕੌਣ ਦੇਖ ਝਾਤੀ ਮਾਰ ਕੇ ਹਰੀ ਦੇ ਨਾਮ ਤੋਂ ਬਿਨਾ ਕੋਈ ਤੇਰੀ ਸਹਾਇਤਾ ਕਰੇਗਾ। ਮਨ ਰੇ ਕੌਣ ਕਮਤ ਤੈ ਲੀਨੀ। ਹਜੂਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਦੇਖ ਮੇਰਿਆ ਮਣਾ, ਫਿਰ ਬੰਦਾ ਸੋਚਦਾ ਹੈ ਤੂੰ ਕਿਹੜੀ ਖੋਟੀ ਬੁੱਧੀ ਲੈ ਲਈ ਹੈ। ਹਜੂਰ ਕਹਿੰਦੇ ਹਨ ਮਨ ਰੇ ਕੌਣ ਕਮਤ ਤੈ ਲੀਨੀ। ਇਹ ਖੋਟੀ ਬੁੱਧੀ ਪਤਾ ਨਹੀਂ ਤੈਨੂੰ ਕਿਹਨੇ ਦੇ ਦਿੱਤੀ ਹੈ। ਚੰਗੀ ਸਿੱਖਿਆ ਦੇਵੇ ਕਦੇ ਸੁਣਦਾ ਹੀ ਨਹੀਂ। ਮਾੜੀਆਂ ਸਿੱਖਿਆ ਇਹ ਮਨ ਆਪਣੇ ਆਪ ਹੀ ਅੰਦਰੋਂ ਹੀ ਪ੍ਰਗਟ ਹੁੰਦੀਆਂ ਹਨ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਹਜੂਰ ਕਹਿੰਦੇ ਹਨ ਪਰਾਏ ਦੀ ਨਿੰਦਾ ਕਰਨ ਵਿੱਚ, ਪਰ ਦਾਰਾ ਪਰਾਏ ਦੀ ਇਸਤਰੀ ਤੱਕਣ ਵਿੱਚ ਆਪ ਦੀ ਜਿੰਨੀ ਮਰਜ਼ੀ ਸੋਹਣੀ ਹੋਵੇ ਤਾਂ ਵੀ ਮਹਾਰਾਜ ਜੀ ਕਹਿੰਦੇ ਹਨ ਤੇਰੀਆਂ ਨਿਗਾਹ ਦੇਖ ਤੇਰਾ ਮਨ ਜਾਣਦਾ ਹੈ। ਕਿਉਂਕਿ ਸਾਧ ਸੰਗਤ ਜੀ ਅੰਤਰਜਾਮੀ ਹਨ ਹਜੂਰ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਇਹ ਖੋਟੀ ਮਤ ਖੌਰੇ ਇਹਨੂੰ ਕਿਹਨੇ ਦੇ ਦਿੱਤੀ ਹੈ। ਮਹਾਰਾਜ ਜੀ ਸਾਡੇ ਗਰੀਬਾਂ ਤੇ ਤਰਸ ਕਰਕੇ ਮਨ ਦੀ ਹਾਲਤ ਦੱਸਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਮਨ ਨੂੰ ਸੀਸਾ ਦਿਖਾਉਂਦੀ ਹੈ। ਸਾਧ ਸੰਗਤ ਜੀ ਮਾੜੇ ਦਿਲਾਂ ਵਾਲਿਆਂ ਤੋਂ ਸੁਣੀ ਨਹੀਂ ਜਾਂਦੀ। ਗੁਰਸਿੱਖ ਸਾਧ ਸੰਗਤ ਜੀ ਮਹਾਰਾਜ ਜੀਆਂ ਦੀ ਬਾਣੀ ਸੁਣ ਸੁਣ ਕੇ ਜੋ ਪੱਥਰ ਦਿਲਾਂ ਤੇ ਅਸਰ ਕਰਦੀ ਹੈ। ਦੇਖ ਮਣਾ ਹਜੂਰ ਕੀ ਕਹਿੰਦੇ ਹਨ, ਤੂੰ ਆਪਣੇ ਆਪ ਨੂੰ ਕਹਾਉਣਾ ਤਾਂ ਗੁਰਮੁਖ ਚਾਹੁਣਾ ਹੈ ਸੰਸਾਰ ਦੇ ਲੋਕ ਮੇਰੇ ਨਾਮ ਨਾਲ ਬੜੇ ਬੜੇ ਲਕਬ ਲਾ ਕੇ ਮੈਨੂੰ ਗੁਰਮੁਖ ਕਹਿਣ, ਪਾਪ ਤੂੰ ਲੁਕ ਕੇ ਕਰਦਾ ਹੈ। ਮਹਾਰਾਜ ਜੀ ਕਹਿੰਦੇ ਹਨ ਉਹ ਸਭ ਜਾਣਦੇ ਹੈ ਅਕਾਲ ਪੁਰਖ ਵਾਹਿਗੁਰੂ। ਹਜੂਰ ਕਹਿੰਦੇ ਹਨ ਦੇਖ ਗੁਰਮੁਖਾਂ ਵਾਲੀ ਤਾਂ ਤੇਰੇ ਵਿੱਚ ਕੋਈ ਗੱਲ ਹੀ ਹੈ ਨਹੀਂ, ਤੂੰ ਕਦੇ ਬੰਦਗੀ ਵਿੱਚ ਬੈਠਾ ਨਹੀਂ। ਮਹਾਰਾਜ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਮਨ ਦੀ ਹਾਲਤ ਦੱਸਦੇ ਹਨ। ਖਿਨ ਮਹਿ ਪਈ ਪਰਾਰ। ਇੱਕ ਛਿਨ ਦੇ ਵਿੱਚ ਹਜੂਰ ਕਹਿੰਦੇ ਹਨ ਜਿਨ੍ਹਾਂ ਨਾਲ ਤੂੰ ਮੋਹ ਲਾਇਆ ਹੈ ਇਹਨਾਂ ਨੇ ਤੈਨੂੰ ਬਗਾਨਾ ਕਰ ਦੇਣਾ ਹੈ। ਕਹੋ ਨਾਨਕ ਇਹ ਸੋਚ ਰਹੀ ਮਨ। ਮਹਾਰਾਜ ਜੀ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹੋ ਨਾਨਕ ਇਹ ਸੋਚ ਰਹੀ ਮਨ। ਫਿਰ ਤੇਰੇ ਮਨ ਦੇ ਵਿੱਚ ਇਹ ਸੋਚ ਰਹਿ ਜਾਣੀ ਹੈ। ਹਾਂਜੀ ਹਰਿ ਜਸ ਕਬੂ ਨਾ ਗਾਈ। ਦੇਖ ਮਣਾ ਹਰੀ ਦਾ ਜਸ ਗਾਉਣ ਵਾਸਤੇ ਇਹ ਦੇਹੀ ਮਿਲੀ ਸੀ। ਇਹ ਜੋ ਤੈਨੂੰ ਦੇਹੀ ਮਿਲੀ ਸੀ ਇਸ ਦੇ ਨਾਲ ਤੂੰ ਸ਼ੁਭ ਕਰਮ ਕਰਨੇ ਸੀ। ਇਸ ਦੇ ਨਾਲ ਹਜੂਰ ਦੇ ਦਰਬਾਰ ਦੀ ਸੇਵਾ ਕਰਨੀ ਸੀ। ਹਜੂਰ ਕਹਿੰਦੇ ਹਨ ਕਹੋ ਨਾਨਕ ਇਹ ਸਾਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਦੱਸਿਆ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੋਹਰ ਲਾ ਕੇ ਦੱਸਦੇ ਹਨ ਕਹੋ ਨਾਨਕ ਇਹ ਸੋਚ ਰਹੀ ਮਨ। ਮਨ ਦੇ ਵਿੱਚ ਸੋਚ ਰਹਿ ਜਾਣੀ ਹੈ। ਹਰ ਰੋਜ਼ ਤੂੰ ਮਨ ਵਿੱਚ ਜੋ ਫੁਰਨਾ ਕਰਦਾ ਹੈ ਮਣਾ ਕੱਲ ਤੋਂ ਅੰਮ੍ਰਿਤ ਵੇਲੇ ਉੱਠਿਆ ਕਰਾਂਗਾ, ਕੱਲ ਤੋਂ ਪਾਠ ਕਰਿਆ ਕਰਾਂਗਾ। ਹਜੂਰ ਕਹਿੰਦੇ ਹਨ ਕੱਲ ਕਿਹਨੇ ਵੇਖਿਆ ਹੈ, ਕੀ ਪਤਾ ਤੂੰ ਕੱਲ ਨੂੰ ਉੱਠਣਾ ਵੀ ਹੈ ਕਿ ਨਹੀਂ। ਅੱਜ ਤੋਂ ਹੁਣ ਤੋਂ ਹੀ ਨਾਮ ਜਪਣ ਲੱਗ ਜਾ, ਫਿਰ ਤਾਂ ਤੇਰੇ ਮਨ ਵਿੱਚ ਕਦੇ ਸੋਚ ਹੀ ਨਾ ਰਹਿ ਜਾਵੇ। ਕਹੋ ਨਾਨਕ ਇਹ ਸੋਚ ਰਹੀ ਮਨ। ਜਿਸ ਤਰ੍ਹਾਂ ਮਨ ਦੇ ਵਿੱਚ ਫਿਰ ਤੇਰੇ ਝੋਰੇ ਲੱਗੇ ਰਹਿਣਗੇ ਕਿ ਮਣਾ ਉਦੋਂ ਨਾਮ ਜਪ ਲੈਂਦਾ। ਹਜੂਰ ਕਹਿੰਦੇ ਹਨ ਮਨ ਕੀ ਮਨ ਹੀ ਮਾਹੇ ਰਹੀ। ਮਨ ਦੀਆਂ ਗੱਲਾਂ ਮਨ ਵਿੱਚ ਰਹਿ ਜਾਇਆ ਕਰਦੀਆਂ ਹਨ। ਫਾਨੀ ਸੰਸਾਰ ਤੋਂ ਪਤਾ ਨਹੀਂ ਕਿਸ ਵੇਲੇ ਕਾਲ ਨੇ ਫਾਹੀ ਪਾ ਲੈਣੀ ਹੈ। ਮਨ ਕੀ ਮਨ ਹੀ ਮਾਹੇ ਰਹੀ।
ਜੋ ਤੂੰ ਕਹਿੰਦਾ ਹੈ ਮੈਂ ਕੱਲ ਤੋਂ ਅੰਮ੍ਰਿਤ ਛਕਾਂਗਾ, ਥੋੜੇ ਚਿਰ ਨੂੰ ਬੁੱਢਾ ਹੋ ਕੇ ਅੰਮ੍ਰਿਤ ਛਕਾਂਗਾ, ਜਵਾਨੀ ਤਾਂ ਮੈਂ ਹਜੇ ਵਿਸ਼ੇ ਭੋਗ ਲਾਂ, ਕਿਉਂਕਿ ਮਹਾਰਾਜ ਜੀਆਂ ਦਾ ਅੰਮ੍ਰਿਤ ਮੈਨੂੰ ਰੋਕੇਗਾ ਵਿਸ਼ੇ ਭੋਗਣ ਤੋਂ, ਮਾੜੀਆਂ ਜਗ੍ਹਾ ਤੋਂ ਬੁਢਾਪੇ ਵਿੱਚ ਛਕ ਲਵਾਂਗੇ। ਮਹਾਰਾਜ ਜੀ ਕਹਿੰਦੇ ਹਨ, ਮਨ ਕੀ ਮਨ ਹੀ ਮਾਹੇ ਰਹੀ। ਮਨ ਦੀਆਂ ਗੱਲਾਂ ਮਨ ਵਿੱਚ ਰਹਿ ਜਾਂਦੀਆਂ ਹਨ। ਗੁਰੂ ਵਾਲਾ ਬਣ ਕੇ ਹਜੂਰ ਦਾ ਉਪਦੇਸ਼ ਕਮਾ। ਜੇ ਤੇਰੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਇਹ ਸ਼ਬਦ ਯਾਦ ਕਰ ਲਿਆ ਕਰ, ਮਨ ਕੀ ਮਨ ਹੀ ਮਾਹੇ ਰਹੀ। ਮਨ ਦੀਆਂ ਗੱਲਾਂ ਮਨ ਵਿੱਚ ਰਹਿ ਜਾਂਦੀਆਂ ਹਨ। ਸਵੇਰੇ ਉੱਠ ਕੇ ਧਨ ਥੋੜੀ ਨਾ ਮੇਰੇ ਨਾਲ ਜਾਣਾ ਹੈ। ਹਜੂਰ ਵੀ ਕਹਿੰਦੇ ਹਨ, ਗੁਰਸਿੱਖਾ ਕਿਰਤ ਵੀ ਕਰਿਆ ਕਰ, ਪਰ 2 ਟਾਈਮ ਆ ਕੇ ਸਤ ਸੰਗਤ ਵਿੱਚ ਜ਼ਰੂਰ ਆਇਆ ਕਰ, ਕਿਉਂਕਿ ਮਹਾਰਾਜ ਜੀਆਂ ਦੀ ਸਤ ਸੰਗਤ ਸਾਨੂੰ ਇਹ ਸਾਧ ਸੰਗਤ ਜੀ ਕਲਯੁਗ ਦੇ ਸਮੇਂ ਦੇ ਵਿੱਚ, ਕਲਯੁਗ ਨਰ ਤਾਰਨ ਲੱਖ ਇਹ ਕਾਰਨ, ਤਨ ਕੋ ਧਾਰਨ ਕੀਨ ਪ੍ਰਭੂ। ਕਲਯੁਗਾਂ ਦੇ ਨਰਾਂ ਨੂੰ ਤਾਰਨ ਵਾਸਤੇ ਮਹਾਰਾਜ ਜੀ ਕੋਈ ਵਡਿਆਈ ਥੋੜੀ ਨਾ ਚਾਹੁੰਦੇ ਹਨ। ਸਾਡੀ ਬਾਣੀ ਸੁਣ ਕੇ ਸਾਨੂੰ ਕਵੇ, ਵਾਹ ਮਹਾਰਾਜ ਜੀ, ਕਿਆ ਮਹਾਰਾਜ ਜੀ ਆਪ ਜੀਆਂ ਦੀ ਸੁੰਦਰ ਬਾਣੀ ਹੈ। ਹਜੂਰ ਸਾਧ ਸੰਗਤ ਜੀ ਮਨ ਨੂੰ ਸਿੱਖਿਆ ਦਿੰਦੇ ਹਨ ਸਿੱਧੀਆਂ। ਹਜੂਰ ਦੀ ਜ਼ਿਆਦਾਤਰ ਬਾਣੀ ਸਿੱਧਾ ਮਨ ਨੂੰ ਉਪਦੇਸ਼ ਦਿੰਦੀ ਹੈ। ਮਨ ਕੀ ਮਨ ਹੀ ਮਾਹੇ ਰਹੀ। ਮਨ ਦੀਆਂ ਗੱਲਾਂ ਮਨ ਵਿੱਚ ਰਹਿ ਜਾਂਦੀਆਂ ਹਨ। ਕਹੋ ਨਾਨਕ ਯਹ ਸੋਚ ਰਹੀ ਮਨ, ਹਰ ਜਸ ਕਬਹੂ ਨਾ ਗਾਈ। ਮਨ ਦੇ ਵਿੱਚ ਜਿਸ ਤਰ੍ਹਾਂ ਜਗਿਆਸੂ ਅਰਦਾਸ ਕਰਦੇ ਹਨ, ਮਹਾਰਾਜ ਜੀ ਸਾਡੇ ਮਨ ਦੇ ਵਿੱਚ ਹਜੂਰ ਸੋਚ ਲੱਗੀ ਰਹਿੰਦੀ ਹੈ ਕਿ ਮੈਂ ਤਾਂ ਕਰੇ ਹਰੀ ਦਾ ਜਸ ਗਾਇਆ ਹੀ ਨਹੀਂ, ਜੋ ਐਡਾ ਮਹਾਨ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਐਸਾ ਜੋ ਹਜੂਰ ਦਾ ਮਹਾਨ ਸਿਮਰਨ ਹੈ। ਹਜੂਰ ਗੁਰਸਿੱਖ ਫਿਰ ਕਹਿੰਦੇ ਹਨ, ਮਹਾਰਾਜ ਜੀ ਮੈਂ ਕੀਤਾ ਹੀ ਨਹੀਂ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਜਿਹੜੇ ਤੇਰੇ ਕਾਰਜ ਕਦੇ ਨਹੀਂ ਪੂਰੇ ਹੋਏ। ਹਜੂਰ ਦਾ ਸਿਮਰਨ ਕਰਨ ਨਾਲ ਤੂੰ ਦੇਖੇਗਾ, ਜਦੋਂ ਜਪੇਗਾ ਮਣਾ ਨਹਿ ਸਮਰੱਥੰ, ਮੇਰੀ ਤਾਂ ਸਮਰੱਥਾ ਹੀ ਨਹੀਂ ਹੈਗੀ ਸੀ ਇਹ ਕਾਰਜ ਕਰਨ ਵਾਲੀ। ਸੁਤੇ ਹੀ ਕਾਰਜ ਆਪਣੇ ਆਪ ਪੂਰੇ ਹੋ ਜਾਂਦੇ ਹਨ। ਲੋਕ ਸੁਖੀ ਪਰਲੋਕ ਖਲਾਸ, ਅਕਾਲ 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 ਕਰਾਂਗੇ। ਲੋਕ ਸੁਖੀ ਹੋ ਜਾਂਦੇ ਹਨ, ਪਰਲੋਕ ਵਿੱਚ ਜੈ ਜੈਕਾਰਾਂ ਹੁੰਦੀਆਂ ਹਨ। ਮੁਖ ਤੋਂ ਵਾਹਿਗੁਰੂ ਦਾ ਨਾਮ ਚੱਲ ਪੈਂਦਾ ਹੈ। ਜੇ ਹਜੂਰ ਅੱਗੇ ਐਸਰੀਆਂ ਜੋਦੜੀਆਂ ਕਰੀਏ, ਹਜੂਰ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮਹਿਮਾ ਕੇਤਕ ਆਖੀਐ ਬਰਣੀ ਨਹਿ ਜਾਏ। ਹਜੂਰ ਕਿਰਪਾ ਕਰਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। 2 ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਕਹੋ ਨਾਨਕ ਇਹ ਸੋਚ ਰੇ ਮਨ, ਹਰ ਜਸ ਕਬੂ ਨ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਭਾਈ ਕਰਨਵੀਰ ਸਿੰਘ ਜੀ ਕਥਾ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਜਿਵੇਂ ਗੁਰਮੁਖ ਪਿਆਰਿਆਂ ਨੇ ਜ਼ਿਕਰ ਕੀਤਾ ਹੈ, ਇਸੇ ਤਰ੍ਹਾਂ ਦਾ ਭਾਈ ਗੁਰਦਾਸ ਜੀ ਨੇ ਆਪਣੀ ਪੌੜੀ ਦੇ ਵਿੱਚ ਲਿਖਿਆ ਹੈ ਕਿ ਅਸੀਂ ਔਗਣਾਂ ਦੇ ਨਾਲ ਭਰੇ ਹੋਏ ਹਾਂ। ਹਉ ਅਪਰਾਧੀ ਗੁਨਹਗਾਰ,